Respected officers, good morning. I'm Dr. Harpreet Etio Khanna. I hope you all are fit and fine and taking necessary precautions in these tough times. Today is 16th of April and I am recording this sitting at my place in Chandigarh. Today our topic is composition levy under the GST, and this is the third video book that I am sharing with you. Earlier, I've already shared a video book on supply, and then there is a levy and collection of tax. So today we are going to share with you the third video book. This is on composition levy under the GST. So as earlier also, I have said that you must keep my PDF notes in front of you and white sheet and a pen. Also, like the previous videos, the entire content will be in Punjabi language. Wherever I'm finding it difficult to find a suitable Punjabi word, then I'll be using the English. Otherwise, the entire content will be in Punjabi language. So let's begin with. ਸਭ ਤੋਂ ਪਹਿਲਾਂ ਜਦੋਂ ਕੰਪੋਜੀਸ਼ਨ ਲੈਵੀ ਆਪਾਂ ਪੜ੍ਹ ਰਹੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਕੰਪੋਜੀਸ਼ਨ ਲੈਵੀ ਦੇ ਅੰਦਰ ਰੈਲੇਵੈਂਟ ਸੈਕਸ਼ਨਸ ਤੇ ਰੂਲਸ ਕਿਹੜੇ ਨੇ, ਠੀਕ ਹੈ। ਸੈਕਸ਼ਨਸ 4 ਰੈਲੇਵੈਂਟ ਸੈਕਸ਼ਨਸ ਨੇ। ਸੈਕਸ਼ਨ 2 ਸਬ ਸੈਕਸ਼ਨ 6 ਜਿਹੜਾ ਕਿ ਡੈਫੀਨੇਸ਼ਨ ਡਿਫਾਈਨ ਕਰਦਾ ਐਗਰੀਗੇਟ ਟਰਨਓਵਰ ਦੀ। ਦੂਸਰਾ ਹੈਗਾ ਸੈਕਸ਼ਨ 10 ਜਿਹੜਾ ਕਿ ਕੰਪੋਜੀਸ਼ਨ ਲੈਵੀ ਡਿਫਾਈਨ ਕਰਦਾ। ਦੈਨ ਇਜ਼ ਸੈਕਸ਼ਨ 18 ਵਿਚ ਡਿਫਾਈਨਸ ਕ੍ਰੈਡਿਟ ਅੰਡਰ ਸਪੈਸ਼ਲ ਸਰਕਮਸਟਾਂਸਿਸ। ਦੈਨ ਹੈਗਾ ਸੈਕਸ਼ਨ 140 ਜਿਹੜਾ ਸੈਕਸ਼ਨ 140 ਹੈਗਾ ਉਹ ਦੱਸਦਾ ਹੈਗਾ ਟ੍ਰਾਂਜੀਸ਼ਨਲ ਅਰੇਂਜਮੈਂਟ ਫॉर द ITC। ਓਕੇ, ਸੋ 4 ਸੈਕਸ਼ਨ ਆਪਾਂ ਦੇਖੇ। ਪਹਿਲਾ ਸੀਗਾ ਸੈਕਸ਼ਨ 2 ਸਬ ਸੈਕਸ਼ਨ 6 ਐਗਰੀਗੇਟ ਟਰਨਓਵਰ, ਫਿਰ ਸੀਗਾ ਸੈਕਸ਼ਨ 10 ਕੰਪੋਜੀਸ਼ਨ ਲੈਵੀ, then was section 18 availability of credit in special circumstances, then there was section 140 which talks of transitional arrangement for the ITC। ਹੁਣ ਅੱਗੇ ਚੱਲਦੇ ਆਪਾਂ ਰੂਲਸ ਤੇ। ਰੂਲਸ ਹੈਗੇ ਨੇ ਰੂਲ ਨੰਬਰ 3 ਤੋਂ ਲੈ ਕੇ ਰੂਲ ਨੰਬਰ 7 ਤੇ 62। ਸੋ ਰੂਲਸ ਕਿਹੜੇ ਨੇ 3 4 5 6 7 ਐਂਡ 62। 6 ਰੈਲੇਵੈਂਟ ਰੂਲਸ ਆਰ देयर ਫॉर ਕੰਪੋਜੀਸ਼ਨ ਲੈਵੀ। ਇਹਨਾਂ ਨੂੰ ਯਾਦ ਕਿਵੇਂ ਕਰਨਾ ਹੈ? IECVR। रूल नंबर 3 दिया गया आई इज इंटीमेशन। 4 दिया गया ई इफेक्टिव डेट। 5 दिया गया सी कंडीशंस एंड रिस्ट्रिक्शंस। 6 दिया गया वी वैलिडिटी। 7 दिया गया आर रेट। हम दोबारा पर करते हैं। एक पीस ऑफ पेपर पे लिखो 3 4 5 6 7, आगे लिखो IECVR। आई इंटीमेशन, ई इफेक्टिव डेट, C कंडीशंस एंड रिस्ट्रिक्शंस, V वैलिडिटी एंड R इज रेट ऑफ टैक्स। ਹੁਣ ਆਪਾਂ ਇਹਨਾਂ ਨੂੰ ਦੇਖ ਲੈਣੇ ਕਿ ਹੈ ਕੀ ਹੈ। ਰੂਲ ਨੰਬਰ 3 I इंटीमेशन फॉर द कंपोजिशन लेवी। रूल नंबर 4 E इफेक्टिव डेट फॉर द कंपोजिशन लेवी। रूल नंबर 5 C कंडीशंस एंड रिस्ट्रिक्शंस फॉर द कंपोजिशन लेवी। रूल नंबर 6 वैलिडिटी V वैलिडिटी फॉर द कंपोजिशन लेवी। रूल नंबर 7 R रेट ऑफ टैक्स फॉर कंपोजिशन लेवी। And rule number 62, it basically defines how to file the statements and returns for the composition। Okay, so आज तक जो ਹੁਣ ਤੱਕ ਜੋ ਅਸੀਂ ਪੜਿਆ ਹੋਇਆ ਸੀਗਾ 4 relevant sections ਨੇ। सेक्शन 2 सब सेक्शन 6, सेक्शन 10, सेक्शन 18, सेक्शन 140। रूल्स ने 3 4 5 6 7 एंड 62। ओके जी, ਹੁਣ ਅਸੀਂ ਕਰਦੇ ਹਾਂ ਕਿ ਕੰਪੋਜੀਸ਼ਨ ਇੰਟਰੋਡਿਊਸ ਕਿਉਂ ਕਰਾਈ। what was the purpose of why the government introduced this composition scheme in GST। basically ਜਿਹੜੇ ਛੋਟੇ ਟੈਕਸ ਪੇਅਰ ਨੇ ਜਿਨ੍ਹਾਂ ਦੀ ਐਗਰੀਗੇਟ ਟਰਨਓਵਰ ਇੱਕ ਪਾਰਟਿਕੂਲਰ ਲਿਮਿਟ ਤੋਂ ਘੱਟ ਹੈ, ਉਹਨਾਂ ਨੂੰ ਇੱਕ ਸਹੂਲਤ ਦਿੱਤੀ ਗਈ ਫॉर ਮੋਰ ਈਜ਼ੀ ਟੈਕਸ ਕੰਪਲਾਇੰਸ, ਮੋਰ ਐਫੀਸ਼ੀਐਂਟ, ਮੋਸਟ ਕਾਸਟ ਫਰੈਂਡਲੀ ਟੈਕਸ ਕੰਪਲਾਇੰਸ। ਉਹਦੇ ਵਾਸਤੇ ਕੰਪੋਜੀਸ਼ਨ ਲੈ ਕੇ ਆਏ ਸੀਗੇ। ਜਿਹੜੀ ਕੰਪੋਜੀਸ਼ਨ ਸਕੀਮ ਹੈਗੀ ਹੈ ਇਹ ਆਪਸ਼ਨਲ ਹੈ ਤੇ ਵੋਲੰਟਰੀ ਹੈ। ਮਤਲਬ ਕਿ ਜੇ ਕੋਈ ਬੰਦਾ, ਜੇ ਕੋਈ ਟੈਕਸ ਪੇਅਰ ਕੰਪੋਜੀਸ਼ਨ ਦੀਆਂ ਸ਼ਰਤਾਂ ਦੇ ਵਿੱਚ ਆ ਰਿਹਾ ਹੈ, ਐਲੀਜੀਬਲ ਹੈ, ਤਾਂ ਗਵਰਨਮੈਂਟ ਨੂੰ ਇਹ ਨਹੀਂ ਕਹਿੰਦੀ ਕਿ ਤੂੰ ਕੰਪੋਜੀਸ਼ਨ 'ਚ ਜਾਈ ਜਾ। ਉਸ ਬੰਦੇ ਦੀ ਮਰਜ਼ੀ ਹੈ, ਉਹਦੇ ਕੋਲ ਇੱਕ ਆਪਸ਼ਨ ਹੈ ਅਤੇ ਉਹ ਵੋਲੰਟੈਰੀਲੀ ਇਹ ਚਾਹੇਗਾ। ਕਦੀ ਵੀ ਕੋਈ ਪ੍ਰੋਪਰ ਆਫਿਸਰ, ਕੋਈ GST ਆਫੀਸ਼ੀਅਲ ਤੁਹਾਨੂੰ ਕੰਪੋਜੀਸ਼ਨ 'ਚ ਜਾਣ ਵਾਸਤੇ ਨਹੀਂ ਕਹੂਗਾ। ਤੁਹਾਡੀ ਆਪਸ਼ਨਲ ਐਂਡ ਵੋਲੰਟਰੀ ਇਹ ਸਕੀਮ ਹੈਗੀ ਹੈ, ਠੀਕ ਹੈ ਜੀ। ਫਿਰ ਹੈਗਾ ਇਹਦੇ ਵਿੱਚ ਕੁਆਰਟਰਲੀ ਪੇਮੈਂਟ ਆਫ ਟੈਕਸ ਹੈ। ਅਕਾਊਂਟਸ ਵਗੈਰਾ ਜਿਹੜੇ ਮੇਨਟੇਨ ਕਰਨੇ ਬੜੇ ਸੌਖੇ ਨੇ। ਸੋ ਦੈਟ ਇਜ਼ ਦ ਬੇਸਿਕ ਜਿਹੜਾ ਹੈਗਾ, ਠੀਕ ਹੈ।
ਹੁਣ ਆਪਾਂ ਥੋੜਾ ਡਿਟੇਲ ਜਾਈਏ। ਆਪਾਂ ਪਹਿਲੀ ਚੀਜ਼ ਪੜ੍ਹੀ ਸੈਕਸ਼ਨ 2 ਸਬ ਸੈਕਸ਼ਨ 6 ਕਹਿੰਦਾ ਹੈਗਾ ਕਿ ਐਗਰੀਗੇਟ ਟਰਨਓਵਰ ਕੀ ਹੈ ਨਾ। ਤਾਂ ਐਗਰੀਗੇਟ ਟਰਨਓਵਰ ਜਿਹੜੀ ਹੈਗੀ ਹੈ ਉਹ ਕਿੱਦਾਂ ਕੈਲਕੂਲੇਟ ਕਰਨੀ ਹੈ। ਐਗਰੀਗੇਟ ਟਰਨਓਵਰ ਜਿਹੜੀ ਹੈਗੀ ਹੈ ਉਹ ਪੈਨ ਇੰਡੀਆ ਹੋਏਗੀ। ਕਿਸੇ ਪਰਟੀਕੂਲਰ ਸਟੇਟ ਜਾਂ ਯੂਟੀ ਦਾ ਜਾਂ 2 ਸਟੇਟ ਜਾਂ 3 ਸਟੇਟਾਂ ਦੀ ਐਗਰੀਗੇਟ ਟਰਨਓਵਰ ਦਾ ਕੋਈ ਮਤਲਬ ਨਹੀਂ ਹੈਗਾ। ਐਗਰੀਗੇਟ ਟਰਨਓਵਰ ਹੋਏਗੀ ਆਲ ਓਵਰ ਇੰਡੀਆ ਦੀ ਫॉर ਅ ਸਿੰਗਲ ਪੈਨ ਨੰਬਰ। ਇੱਕ ਸਿੰਗਲ ਪੈਨ ਨੰਬਰ ਤੇ ਅਗੇਂਸਟ ਜਿੰਨੀ ਵੀ ਟ੍ਰਾਂਜੈਕਸ਼ਨਸ ਹੋਈਆਂ, ਕਿਹੜੀਆਂ ਹੋਈਆਂ ਆਪਾਂ ਅੱਗੇ ਪੜਾਂਗੇ, ਇੱਕ ਸਾਲ ਵਾਸਤੇ ਆਲ ਅਕ੍ਰੋਸ ਇੰਡੀਆ, ਉਹਦੀ ਐਗਰੀਗੇਟ ਟਰਨਓਵਰ ਹੈ ਉਸ ਪੈਨ ਨੰਬਰ ਦੇ ਉੱਤੇ। ਗॉट ਮਾਈ ਪੁਆਇੰਟ। ਹੁਣ ਇਹ 'ਚ ਕਿਹੜੀ ਚੀਜ਼ਾਂ ਐਡ ਕਰਨੀਆਂ, ਟੈਕਸੇਬਲ ਸਪਲਾਈ, ਐਗਜ਼ੈਂਪਟ ਸਪਲਾਈ, ਐਕਸਪੋਰਟਸ ਐਂਡ ਇੰਟਰਸਟੇਟ। ਮੈਂ ਦੁਬਾਰਾ ਰਿਪੀਟ ਕਰਦਾ, ਐਗਰੀਗੇਟ ਟਰਨਓਵਰ ਹੋਏਗੀ ਪੂਰੇ ਇੰਡੀਆ ਦੀ ਇੱਕ ਪੈਨ ਨੰਬਰ ਦੇ ਅਗੇਂਸਟ। ਠੀਕ ਹੈ, ਕਿਹੜੀ ਚੀਜ਼ਾਂ ਨੂੰ ਐਡ ਕਰਨਾ, 4 ਚੀਜ਼ਾਂ ਨੂੰ ਐਡ ਕਰਨਾ। ਟੈਕਸੇਬਲ ਸਪਲਾਈ ਐਡ ਕਰਨੀ ਹੈ, ਇੰਟਰਸਟੇਟ ਐਡ ਕਰਨੀ ਹੈ, ਐਕਸਪੋਰਟ ਐਡ ਕਰਨੀ ਹੈ ਐਂਡ ਐਗਜ਼ੈਂਪਟ ਸਪਲਾਈਜ਼ ਐਡ ਕਰਨੀ ਹੈ। ਠੀਕ ਹੈ, ਹੁਣ ਇਹਦੇ ਅੰਦਰ ਕਿਹੜੀਆਂ ਚੀਜ਼ਾਂ ਐਡ ਨਹੀਂ ਕਰਨੀਆਂ, ਜਿੰਨੀ ਵੀ ਸਪਲਾਈ ਆਈ ਹੈਗੀ ਹੈ ਥਰੂ RCM ਉਹ ਐਡ ਨਹੀਂ ਕਰਨੀ। ਟੈਕਸਿਸ ਐਂਡ ਸੈਸ ਪੇ ਜਿਹੜਾ ਹੋਇਆ ਉਹ ਐਡ ਨਹੀਂ ਕਰਨਾ। ਠੀਕ ਹੈ, ਤੇ ਤੀਸਰਾ ਜਿਹੜਾ ਇੱਕ ਨੋਟੀਫਿਕੇਸ਼ਨ ਆਈ ਸੀਗੀ, ਨੋਟੀਫਿਕੇਸ਼ਨ ਨੰਬਰ 1 ਆਫ 2019 ਡੇਟਡ 1 ਫੈਬ 2019, ਜਿਸ 'ਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਸੀਂ ਐਗਜ਼ੈਂਪਟ ਸਪਲਾਈ ਆਫ ਐਗਜ਼ੈਂਪਟ ਸਰਵਿਸਿਜ਼ ਕਰ ਰਹੇ ਹੋ ਇਨ ਵੇ ਆਫ ਲੋਨਸ, ਐਡਵਾਂਸਿਸ, ਡਿਪੋਜ਼ਿਟਸ, ਉਹ ਇਹਦੇ ਅੰਦਰ ਐਡ ਨਹੀਂ ਕਰਨਾ। ਅਸੀਂ ਦੁਬਾਰਾ ਇੱਕ ਵਾਰੀ ਇਹਨੂੰ ਸਮਝ ਲਈਏ ਕਿ ਟਰਨਓਵਰ ਦਾ ਕੰਸੈਪਟ ਕੀ ਹੈ। ਐਗਰੀਗੇਟ ਟਰਨਓਵਰ ਇੱਕ ਪੈਨ ਨੰਬਰ ਦੀ ਹੋਏਗੀ, ਪੂਰੇ ਇੰਡੀਆ ਦੀ ਹੋਏਗੀ, ਇੱਕ ਸਾਲ ਦੀ ਹੋਏਗੀ। ਠੀਕ ਹੈ, ਉਹਦੇ 'ਚ ਕੀ ਐਡ ਕਰਨਾ ਹੈ, ਟੈਕਸੇਬਲ ਸਪਲਾਈ, ਇੰਟਰਸਟੇਟ ਵਾਲੀ, ਐਕਸਪੋਰਟਸ, ਐਗਜ਼ੈਂਪਟ ਸਪਲਾਈਜ਼। ਕੀ ਐਡ ਨਹੀਂ ਕਰਨਾ, ਜਿਹੜੀ ਸਪਲਾਈ RCM ਨੂੰ ਸਬਜੈਕਟ ਸੀਗੀਆਂ, ਜਿਹੜੀਆਂ ਟੈਕਸਿਸ ਐਂਡ ਸੈਸਸ ਸੀਗੇ। ਤੀਸਰਾ ਨੋਟੀਫਿਕੇਸ਼ਨ ਨੰਬਰ 1 ਆਫ 2019 ਡੇਟਡ 1 ਫਰਵਰੀ 2019 'ਚ ਉਹਨਾਂ ਨੇ ਕਿਹਾ ਐਗਜ਼ੈਂਪਟ ਸਪਲਾਈ ਆਫ ਐਗਜ਼ੈਂਪਟ ਸਰਵਿਸਿਜ਼ ਹੋ ਰਹੀ ਹੈ ਬਾਈ ਵੇ ਆਫ ਲੋਨਸ, ਐਡਵਾਂਸਿਸ ਐਂਡ ਡਿਪੋਜ਼ਿਟਸ, ਉਹ ਵਿੱਚ ਐਡ ਨਹੀਂ ਕਰਨੀ। ਇਹ ਤੁਸੀਂ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲਿਓ, ਪੂਰੀ ਡਿਟੇਲ 'ਚ ਦਿੱਤਾ ਹੋਇਆ। ਠੀਕ ਹੈ ਜੀ, ਸੋ ਇਹ ਆਪਣਾ ਹੋ ਗਿਆ ਐਗਰੀਗੇਟ ਟਰਨਓਵਰ। ਹੁਣ ਆਪਾਂ ਆ ਗਏ ਕਿ ਹੁਣ ਐਗਰੀਗੇਟ ਟਰਨਓਵਰ ਦੀ ਸਿਗਨੀਫਿਕੈਂਸ ਕੰਪੋਜੀਸ਼ਨ 'ਚ ਕੀ ਹੈ। ਕੰਪੋਜੀਸ਼ਨ 'ਚ ਕੀ ਹੋਇਆ, 3 ਫੇਜ਼ਸ 'ਚ ਆਪਾਂ ਡਿਵਾਈਡ ਕਰਨਾ ਹੁਣ ਟਾਈਮ ਲਾਈਨ ਨੂੰ। ਠੀਕ ਹੈ, GST ਕਦੋਂ ਲੱਗਾ, 1 ਜੁਲਾਈ 2017 ਨੂੰ ਲੱਗਾ। 1 ਜੁਲਾਈ 2017 ਤੋਂ ਲੈ ਕੇ 12 ਅਕਤੂਬਰ 2017 ਤੱਕ ਸ਼ਰਤ ਕੀ ਸੀਗੀ, ਸਾਰੀਆਂ ਸਟੇਟਸ ਜਿਹੜੀਆਂ ਹੈਗੀਆਂ ਨੇ ਵੱਡੀਆਂ ਸਟੇਟਸ ਨੇ, ਉਹਨਾਂ ਦੇ ਅੰਦਰ 75 ਲੱਖ ਦੀ ਟਰਨਓਵਰ ਹੋਵੇ ਪਿਛਲੇ ਸਾਲ ਦੀ, ਜਿਹੜੀ ਪਿਛਲੇ ਟੈਕਸ ਰਜੀਮ ਸੀਗੀ। ਛੋਟੀਆਂ ਜਿਹੜੀਆਂ ਸਪੈਸ਼ਲ ਸਟੇਟਸ ਸੀਗੀਆਂ ਉਹਨਾਂ 'ਚ ਉਹਨਾਂ ਨੇ ਕਿਹਾ ਕਿ 50 ਲੱਖ। ਤੁਸੀਂ ਸਿਰਫ ਇੰਨਾ ਯਾਦ ਰੱਖੋ, 75 ਤੇ 50 ਫॉर 1 ਜੁਲਾਈ ਤੋਂ 12 ਅਕਤੂਬਰ 2017। ਜਦੋਂ ਆਪਾਂ ਹੁਣ ਅੱਗੇ ਫਾਰਵਰਡ ਜਾਂਦੇ ਹਾਂ 13 ਅਕਤੂਬਰ ਤੋਂ ਲੈ ਕੇ 13 ਅਕਤੂਬਰ 2017 ਟੂ 31 ਮਾਰਚ ਆਫ 2019, ਜਿਹੜਾ ਇਹ ਟਾਈਮ ਹੈਗਾ ਇਹਦੇ ਅੰਦਰ ਜਿਹੜੀ ਉਹ ਡਿਊਰੇਸ਼ਨ ਜਿਹੜਾ ਹੈਗਾ ਉਹ 'ਚ ਸੀਗਾ 1 ਕਰੋੜ ਤੇ 75 ਲੱਖ। ਵੱਡੀਆਂ ਸਟੇਟਾਂ 'ਚ 1 ਕਰੋੜ, ਸਪੈਸ਼ਲ ਸਟੇਟਸ 'ਚ 75 ਲੱਖ। ਪਹਿਲਾਂ 75, 50, 1, 75। ਠੀਕ ਹੈ, ਹੁਣ ਆਪਾਂ ਆ ਗਏ 1/4/2019 ਤੋਂ ਲੈ ਕੇ ਹੁਣ ਤੱਕ ਦੀ ਕੰਡੀਸ਼ਨ ਹੈ। 1/4/2019 ਤੋਂ ਹੁਣ ਤੱਕ ਜੋ ਕੰਡੀਸ਼ਨ ਹੈ ਉਹ 'ਚ ਇਹ ਹੈਗਾ ਵੱਡੀਆਂ ਸਟੇਟਾਂ 'ਚ 1.5 ਕਰੋੜ ਤੇ ਛੋਟੀਆਂ ਜਿਹੜੀਆਂ ਸਪੈਸ਼ਲ ਸਟੇਟਸ ਨੇ ਉਹ 'ਚ ਹੈਗੇ ਆ 75 ਲੱਖ। ਦੁਬਾਰਾ ਰਿਪੀਟ ਕਰ ਲੈਂਦੇ ਆ, ਸਾਰਾ ਇੱਕ ਵਾਰੀ ਯਾਦ ਰਹਿ ਜਾਏਗਾ। 1 ਜੁਲਾਈ 2017 ਤੋਂ 12 ਅਕਤੂਬਰ 2017 ਤੱਕ ਜਿਹੜੀ ਕੰਡੀਸ਼ਨ ਸੀਗੀ ਐਗਰੀਗੇਟ ਟਰਨਓਵਰ ਦੀ ਉਹ ਸੀਗੀ 75 ਲੱਖ ਤੇ 50 ਲੱਖ, ਵੱਡੀਆਂ ਸਟੇਟਸ, ਸਪੈਸ਼ਲ ਸਟੇਟਸ। 13 ਅਕਤੂਬਰ 2017 ਤੋਂ ਲੈ ਕੇ 31 ਮਾਰਚ 2019 ਤੱਕ ਸੀਗਾ 1 ਕਰੋੜ 75 ਲੱਖ। 1 ਕਰੋੜ ਵੱਡੀਆਂ ਸਟੇਟਸ, ਸਪੈਸ਼ਲ ਸਟੇਟਸ 75 ਲੱਖ। 1/4/2019 ਤੋਂ ਹੁਣ ਤੱਕ ਜਦੋਂ ਮੈਂ ਰਿਕਾਰਡ ਕਰ ਰਿਹਾ ਔਨ 16 ਅਪ੍ਰੈਲ 2020, ਕੰਡੀਸ਼ਨ ਹੈਗੀ ਹੈ 1.5 ਕਰੋੜ ਫॉर ਬਿਗਰ ਸਟੇਟਸ, ਸਪੈਸ਼ਲ ਸਟੇਟਸ ਵਾਸਤੇ ਹੈਗੀ ਹੈ 75 ਲੱਖ। ਹੁਣ ਇਹ ਸਪੈਸ਼ਲ ਸਟੇਟਸ ਅੱਜ ਦੀ ਡੇਟ 'ਚ ਕਿਹੜੀਆਂ ਨੇ, ਇਹ ਯਾਦ ਕਰ ਲਓ। AUMMNST, AUMMNST, ਅਸਾਮ, ਉੱਤਰਾਖੰਡ, ਮਨੀਪੁਰ, ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਸਿੱਕਿਮ ਐਂਡ ਤ੍ਰਿਪੁਰਾ। ਕਲੀਅਰ। ਹੁਣ ਆਪਾਂ ਅੱਗੇ
कि कंडीशनस एंड रिस्ट्रिक्शंस की ने कंपोजिशन च। पहली कंडीशन ये है कि बंदा टैक्सेबल इनवॉइस नहीं कट सकता, ठीक है जी, बड़ा सिंपल है, टैक्सेबल इनवॉइस नहीं कट सकता। दूसरी गल, ਜਿਹੜਾ ਉਹ ਬਿਲ ਆਫ ਸਪਲਾਈ ਇਸ਼ੂ ਕਰੇਗਾ ਉਹਦੇ ਉੱਤੇ ਉਹ ਕੀ ਲਿਖੇਗਾ, ਕੰਪੋਜੀਸ਼ਨ ਡੀਲਰ ਟੈਕਸੇਬਲ ਪਰਸਨ ਨਾਟ ਐਲੀਜੀਬਲ ਟੂ ਕਲੈਕਟ ਟੈਕਸ ਔਨ ਦ ਸਪਲਾਈਜ਼। ਕਲੀਅਰ ਹੈ, ਇਹ ਦੋ ਚੀਜ਼ਾਂ ਪੜੀਆਂ ਕੰਡੀਸ਼ਨਸ ਦੀਆਂ ਅਜੇ ਤੱਕ। ਪਹਿਲੀ ਕੰਡੀਸ਼ਨ ਇਹ ਹੈ ਕਿ ਉਹ ਟੈਕਸੇਬਲ ਇਨਵॉइस ਨਹੀਂ ਇਸ਼ੂ ਕਰ ਸਕਦਾ ਜਿਹੜਾ ਬੰਦਾ ਕੰਪੋਜੀਸ਼ਨ ਸਕੀਮ 'ਚ ਰਜਿਸਟਰਡ ਹੈ। ਦੂਸਰਾ, ਜਿਹੜੀ ਉਹ ਬਿਲ ਆਫ ਸਪਲਾਈ ਰੇਜ਼ ਕਰੇਗਾ ਉਹਦੇ ਉੱਪਰ ਬ੍ਰੌਡ 'ਚ ਲਿਖਿਆ ਹੋਊਗਾ ਕੰਪੋਜੀਸ਼ਨ ਡੀਲਰ ਟੈਕਸੇਬਲ ਪਰਸਨ ਨਾਟ ਐਲੀਜੀਬਲ ਟੂ ਕਲੈਕਟ ਟੈਕਸ ਔਨ ਸਪਲਾਈਜ਼। ਓਕੇ। थर्ड इज ਜਿਹੜੀ ਵੀ ਉਹ ਪਰਚੇਜ਼ ਕਰੂਗਾ ਤਾਂ ਉਹਨੂੰ ਆਈਟੀਸੀ ਨਹੀਂ ਮਿਲਣਾ। ਕਲੀਅਰ, ਕੋਈ ਆਈਟੀਸੀ ਨਹੀਂ ਮਿਲਣਾ। ਚੌਥਾ, ਜਿਹੜੀ ਉਹਦੀ ਦੁਕਾਨ ਹੈ ਜਾਂ ਬਿਜ਼ਨਸ ਪ੍ਰਮਾਈਸ ਨੇ ਉਹਦੇ ਬਾਹਰ ਪ੍ਰੋਮੀਨੈਂਟ ਲਿਖਣਾ ਪਊਗਾ ਕੰਪੋਜੀਸ਼ਨ ਟੈਕਸੇਬਲ ਪਰਸਨ। ਠੀਕ ਹੈ। ਸੋ ਚਾਰ ਰਿਸਟ੍ਰਿਕਸ਼ਨ ਆਪਾਂ ਦੇਖੀਆਂ। ਪਹਿਲੀ ਰਿਸਟ੍ਰਿਕਸ਼ਨ, ਹੀ ਕੈਨ ਨਾਟ ਇਸ਼ੂ ਅ ਟੈਕਸੇਬਲ ਇਨਵॉइस। ਸੈਕੰਡ, ਹੀ ਹੈਜ਼ ਟੂ ਪੁੱਟ ਦ ਡੈਕਲੇਰੇਸ਼ਨ ਔਨ ਦ ਬਿਲ ਆਫ ਸਪਲਾਈ। ਥਰਡ, no ITC on purchases, and fourth, he has to declare composition taxable person on a prominent place at his business premises। ठीक है जी। ਹੁਣ ਆਪਾਂ ਆ ਗਏ ਕਿ ਕਿਹੜਾ ਕਿਹੜਾ ਬੰਦਾ ਐਲੀਜੀਬਲ ਨਹੀਂ ਹੈ ਕੰਪੋਜੀਸ਼ਨ 'ਚ। ਸਭ ਤੋਂ ਪਹਿਲਾਂ, ਕੈਜੂਅਲ ਟੈਕਸੇਬਲ ਪਰਸਨ ਇਜ਼ ਨਾਟ ਐਲੀਜੀਬਲ ਫॉर ਕੰਪੋਜੀਸ਼ਨ। ਦੂਸਰਾ, ਨॉन रेजिडेंट टैक्सेबल पर्सन। ठीक है जी। तीसरा, एनीबडी हु इज मेकिंग सप्लाईज ऑफ नॉन टैक्सेबल गुड्स। ठीक है। चौथा, वो कोई भी बंदा ਜਿਹੜਾ ਗੁੱਡ ਸਪਲਾਈ ਕਰ ਰਿਹਾ ਹੈਗਾ ਥਰੂ ਈ ਕਮਰਸ ਆਪਰੇਟਰ ਜਿਹਦੇ ਉੱਤੇ TCS ਲੱਗਣਾ ਹੈ ਅੰਡਰ ਸੈਕਸ਼ਨ 52, ਉਹ ਐਲੀਜੀਬਲ ਨਹੀਂ। ਫਿਰ ਪੰਜਵਾਂ, ਉਹ ਸਾਰੀ ਮੈਨੂਫੈਕਚਰਿੰਗ ਇੰਡਸਟਰੀ ਜਿਹੜੀ ਮੈਨੂਫੈਕਚਰ ਕਰ ਰਹੀ ਹੈ ਇਹ ਚਾਰ ਚੀਜ਼ਾਂ, ਆਈਸਕ੍ਰੀਮਸ, ਪਾਨ ਮਸਾਲਾ, ਟੋਬੈਕੋ ਐਂਡ ਇਰੇਟਡ ਡਰਿੰਕਸ, ਇਹ ਜੇ ਚਾਰ ਚੀਜ਼ਾਂ ਮੈਨੂਫੈਕਚਰਿੰਗ ਹੋ ਰਹੀਆਂ ਨੇ ਤਾਂ ਉਸ ਮੈਨੂਫੈਕਚਰਿੰਗ ਯੂਨਿਟ ਦੇ ਅੰਦਰ ਕੰਪੋਜੀਸ਼ਨ ਸਕੀਮ ਲਾਗੂ ਨਹੀਂ ਹੋਊਗੀ। ਦੈਨ ਇੰਟਰਸਟੇਟ ਸਪਲਾਈ। ਠੀਕ ਹੈ ਜੀ। ਲਾਸਟਲੀ, ਸਪਲਾਈ ਆਫ ਸਰਵਿਸਿਜ਼ ਐਕਸੈਪਟ ਰੈਸਟੋਰੈਂਟਸ। ਇਹਦੇ ਅੰਦਰ ਹੁਣ ਅੱਗੇ ਅਮੈਂਡਮੈਂਟਸ ਨੋਟੀਫਿਕੇਸ਼ਨਸ ਆਈਆਂ, ਆਪਾਂ ਪੜ੍ਹਾਂਗੇ, ਬਟ ਇੱਕ ਬੇਸਿਕ ਪਰਵਿਊ ਜਿਹੜਾ ਸੀਗਾ, ਜਿਹੜਾ ਇਨੀਸ਼ੀਅਲੀ ਜਦੋਂ ਆਇਆ ਸੀਗਾ ਤਾਂ ਆ ਸੀਗਾ। ਆਪਾਂ ਦੁਬਾਰਾ ਰਿਪੀਟ ਕਰਦੇ ਹਾਂ। ਇਨਐਲੀਜੀਬਲ ਕੌਣ ਨੇ ਕੰਪੋਜੀਸ਼ਨ ਵਾਸਤੇ? ਇਨਐਲੀਜੀਬਲ ਕੌਣ ਨੇ? ਜਿਹੜੇ ਬੰਦੇ ਐਲੀਜੀਬਲ ਨਹੀਂ ਨੇ। ਕੈਜੂਅਲ ਟੈਕਸੇਬਲ ਪਰਸਨ, ਨॉन रेजिडेंट टैक्सेबल पर्सन मेकिंग सप्लाई ऑफ नॉन टैक्सेबल गुड्स, ਜਿਹੜਾ ਬੰਦਾ ਸਪਲਾਈ ਕਰ ਰਿਹਾ ਗੁੱਡਸ ਤੇ ਥਰੂ ਆਨਲਾਈਨ ਆਪਰੇਟਰ, ਈ ਕਮਰਸ ਆਪਰੇਟਰ ਜਿਹਦਾ ਤੇ TCS ਕੱਟਿਆ ਜਾਣਾ ਅੰਡਰ ਸੈਕਸ਼ਨ 52। ਮੈਨੂਫੈਕਚਰਿੰਗ ਕਰ ਰਿਹਾ ਚਾਰ ਚੀਜ਼ਾਂ ਦੀ, ਆਈਸਕ੍ਰੀਮ, ਪਾਨ ਮਸਾਲਾ, ਟੋਬੈਕੋ, ਐਂਡ fourth one is your irritated drinks। Okay, then interstate supply, and lastly supply of services except restaurants। ਇਹਦੇ ਅੰਦਰ ਚੇਂਜਸ ਆਈਆਂ ਨੇ, ਆਪਾਂ ਜਿਹੜੀ ਲਾਸਟ ਵਾਲੀ ਕਹੀ ਹੈ ਸਪਲਾਈ ਆਫ ਸਰਵਿਸਿਜ਼ ਐਕਸੈਪਟ ਰੈਸਟੋਰੈਂਟਸ, ਇਹਦੇ ਚੇਂਜਸ ਆਈਆਂ ਨੇ, ਅੱਗੇ ਆਪਾਂ ਪੜਾਂਗੇ। ਸੋ ਇੱਥੇ ਤੱਕ ਕਲੀਅਰ ਹੋ ਗਿਆ। ਨਾਓ ਲੈਟਸ ਮੂਵ ਫਾਰਵਰਡ। ਹੁਣ ਹੈਗਾ ਕਿ ਜਿਹੜਾ ITC ਹੈਗਾ, ਇਹ ਥੋੜਾ ਧਿਆਨ ਨਾਲ ਦੇਖਿਓ, ਜਿਹੜਾ ITC ਹੈਗਾ ਉਹਦਾ ਟ੍ਰੀਟਮੈਂਟ ਕਦੋਂ ਕਿਵੇਂ ਹੋਣਾ? ਜਦੋਂ ਬੰਦਾ ਕੰਪੋਜੀਸ਼ਨ ਤੋਂ ਜਾਂਦਾ ਨਾਰਮਲ ਟੈਕਸੇਬਲ ਪਰਸਨ 'ਚ ਤੇ ਨਾਰਮਲ ਟੈਕਸੇਬਲ ਪਰਸਨ ਜਾਂਦਾ ਕੰਪੋਜੀਸ਼ਨ 'ਚ। ਇਹ ਆਪਾਂ ਹੁਣ ਸਟੱਡੀ ਕਰਦੇ ਹਾਂ। ਸੋ ਬੇਸਿਕ ਕੀ ਹੈ, ਜਦੋਂ ਇੱਕ ਬੰਦਾ ਨਾਰਮਲ ਟੈਕਸੇਬਲ ਪਰਸਨ ਕੰਪੋਜੀਸ਼ਨ ਜਾਊਗਾ ਤਾਂ ਉਹਦੇ ਕੋਲ ਜਿਹੜਾ ITC ਹੈ ਉਹ ਲੈਪਸ ਹੋ ਜਾਣਾ। ਪੰਜਾਬੀ ਤਰੀਕੇ 'ਚ ਇਹ ਹੈ। ਠੀਕ ਹੈ। ਇਹਦੀ ਲੈਂਗੁਏਜ ਆਪਾਂ ਪੜ੍ਹ ਲੈਂਦੇ ਹਾਂ, ਵੈਸੇ ਮੈਂ ਤੁਹਾਨੂੰ ਸਮਝਣ ਵਾਸਤੇ ਦੱਸਦਾ ਕਿ ਇਹ ਹੋਊਗਾ ਸਵਿਚਿੰਗ ਫਰੋਮ ਨਾਰਮਲ ਟੂ ਕੰਪੋਜੀਸ਼ਨ। ਠੀਕ ਹੈ। ਅੰਡਰ ਸੈਕਸ਼ਨ 18 सबसेक्शन 4, taxpayer shall be liable to pay an amount equal to the credit of input tax in respect of inputs held in stock and inputs contained in semi-finished and finished goods that held in stock and on capital goods reduced by such percentage points as may prescribed on the day immediately preceding the date of such switch over। ਹੁਣ ਅੱਗੇ ਦੇਖੋ, ਧਿਆਨ ਨਾਲ ਸੁਣੋ ਕੀ ਕਹਿੰਦਾ। The balance of ITC after payment of such amount, if any, lying in the credit ledger shall lapse। clear। ਹੁਣ ਆਪਾਂ ਆ ਗਏ ਕੰਪੋਜੀਸ਼ਨ ਤੋਂ ਨਾਰਮਲ ਟੈਕਸੇਬਲ ਜਾਊਗਾ। ਜਦੋਂ ਬੰਦਾ ਕੰਪੋਜੀਸ਼ਨ ਸਕੀਮ ਤੋਂ ਨਾਰਮਲ ਟੈਕਸੇਬਲ 'ਚ ਜਾਊਗਾ ਤਾਂ ਜਿਹੜੀ ਲਾਸਟ ਡੇ ਉਹ ਕੰਪੋਜੀਸ਼ਨ ਸਕੀਮ 'ਚ ਸੀਗਾ
ਜਿੰਨਾ ਉਹਦੇ ਕੋਲ ਸਟਾਕ ਪਿਆ ਸੀਗਾ ਫਿਨਿਸ਼ਡ ਅਨਫਿਨਿਸ਼ਡ ਗੁੱਡਸ ਦਾ, ਕੈਪੀਟਲ ਗੁੱਡਸ ਦਾ, ਉਹਦੇ ਉੱਤੇ ਉਹਨੂੰ ਆਈਟੀਸੀ ਮਿਲੂਗਾ ਬਸ਼ਰਤੇ 4 ਸ਼ਰਤਾਂ ਨੇ। ਪਹਿਲੀ ਸ਼ਰਤ ਹੈਗੀ ਹੈ ਕਿ ਉਹ ਜਿਹੜੇ ਇਨਪੁਟਸ ਹੈਗੇ ਨੇ ਉਹ ਉਹਦੀ ਜਿਹੜੀ ਵੀ ਬਿਜ਼ਨਸ ਮਾਡਲ ਹੈ ਉਹਦੇ 'ਚ ਯੂਜ਼ ਹੁੰਦੇ ਨੇ, ਠੀਕ ਹੈ। ਸੈਕਿੰਡ, ਜਿਹੜੇ ਉਹ ਇਨਪੁਟਸ ਨੇ ਉਹ ਇਨਪੁਟਸ ਦੇ ਅਗੇਂਸਟ ਜਿਹੜੀ ਉਹਦੇ ਕੋਲ ਓਰੀਜਨਲ ਇਨਵੋਇਸਿਸ ਨੇ ਉਹਦੇ ਕੋਲ ਪਈਆਂ ਹੋਣ। ਥਰਡ, ਜਿਸ ਦਿਨ ਉਹ ਬੰਦਾ ਕੰਪੋਜੀਸ਼ਨ ਤੋਂ ਨਾਰਮਲ ਟੈਕਸੇਬਲ ਪਰਸਨ ਬਣਿਆ ਉਸ ਦਿਨ ਤੋਂ 12 ਮਹੀਨੇ ਦੇ ਅੰਦਰ ਅੰਦਰ ਦੀ ਸਪਲਾਈ ਹੋਵੇ, ਉਸ ਤੋਂ ਪੁਰਾਣੀ ਸਪਲਾਈ ਦਾ ਆਈਟੀਸੀ ਨਹੀਂ ਮਿਲਣੀ। ਤੇ ਜਿਹੜਾ ਆਪਣਾ ਹੈਗਾ ਕੈਪੀਟਲ ਗੁੱਡਸ ਨੇ ਉਹਦਾ ਜਿਹੜਾ ਪਰਸੈਂਟੇਜ ਪੁਆਇੰਟ ਫਾਰਮੂਲਾ ਹੈਗਾ ਕ੍ਰੈਡਿਟਸ ਵਾਲਾ ਉਹ ਉੱਦਾਂ ਹੀ ਲਾਗੂ ਹੋਊਗਾ, ਠੀਕ ਹੈ। ਹੁਣ ਇਹਨੂੰ ਆਪਾਂ ਪੜ੍ਹ ਲੈਣਾ ਲੈਂਗੁਏਜ ਕੀ ਹੈ। When a taxpayer moves out of composition scheme and enters the main taxation regime, the taxpayer is eligible to avail ITC of stock of inputs contained in semi-finished and finished goods and on capital goods as on the day immediately preceding the date on which he becomes liable to pay the tax. The ITC is available subject to the following conditions. The stock of input semi-finished goods and finished goods on which ITCs claimed are going to be used in making the taxable supplies, ठीक है ना। Second, invoices and documents on basis of which ITC has been claimed should be available, ठीक है, ਉਹਦੀਆਂ invoices available ਹੋਣ। तीसरा, the date of invoice should be within 12 months from the appointed date, and credit on capital goods shall be reduced by such percentage points as may be prescribed। ਹੁਣ ਆਪਾਂ ਇਹਨੂੰ ਬਰੀਫ ਚ ਪੜ੍ਹ ਲੈਂਦੇ ਆ, ਹੈ ਕੀ ਇਹ ਪੰਜਾਬੀ ਚ। ਜਦੋਂ ਬੰਦਾ ਨਾਰਮਲ ਟੈਕਸੇਬਲ ਪਰਸਨ ਕੰਪੋਜੀਸ਼ਨ 'ਚ ਜਾਊਗਾ ਤਾਂ ਉਹਦਾ ਆਈਟੀਸੀ ਲੈਪਸ ਹੋਣਾ, ਕਿਉਂਕਿ ਇਹਨਾਂ ਨੇ ਲੈਂਗੁਏਜ ਐਂਡ 'ਚ ਕੀ ਲਿਖਿਆ, ਦ ਬੈਲੈਂਸ ਆਫ ਆਈਟੀਸੀ ਆਫਟਰ ਪੇਮੈਂਟ ਆਫ ਸੱਚ ਅਮਾਊਂਟ ਇਫ ਐਨੀ ਲਾਈਂਗ ਇਨ ਦ ਕ੍ਰੈਡਿਟ ਲੈਜਰ ਸ਼ਲ ਲੈਪਸ। ਦ ਵਰਡ ਇਜ਼ ਸ਼ਲ, ਇਟ ਇਜ਼ ਨਾਟ ਮੀ, ਇਟ ਇਜ਼ ਸ਼ਲ, ਓਕੇ। ਜਦੋਂ ਬੰਦਾ ਕੰਪੋਜੀਸ਼ਨ ਦਾ ਨਾਰਮਲ ਟੈਕਸੇਬਲ ਪਰਸਨ ਜਾਊਗਾ ਤਾਂ ਉਹਨਾਂ ਗੁੱਡਸ ਇਨਪੁਟਸ ਫਿਨਿਸ਼ਡ ਅਨਫਿਨਿਸ਼ਡ ਸੈਮੀ ਫਿਨਿਸ਼ਡ ਜਿਹੜੇ ਗੁੱਡਸ ਹੋਣਗੇ ਜਿਹੜੇ ਕਿ ਉਹਦੀ ਟੈਕਸੇਬਲ ਸਪਲਾਈ ਦੀ ਮੇਕਿੰਗ 'ਚ ਇਨਵੋਲਵਡ ਨੇ ਉਹਨਾਂ ਦਾ ਆਈਟੀਸੀ ਨੂੰ ਮਿਲੂਗਾ। ਸ਼ਰਤਾਂ ਕੀ ਨੇ, ਉਹਦੇ ਕੋਲ ਓਰੀਜਨਲ ਇਨਵੋਇਸਿਸ ਹੋਣ। ਦੂਸਰਾ, ਉਹ ਜਿਹੜੀ ਪਰਚੇਜ਼ ਹੈ ਕਿ ਜਿਸ ਦਿਨ ਉਹ ਨਾਰਮਲ ਟੈਕਸੇਬਲ ਪਰਸਨ ਬਣਦਾ ਹੈ ਉਹਦੇ 12 ਮਹੀਨੇ ਦੇ ਅੰਦਰ ਅੰਦਰ ਪਰਚੇਜ਼ ਹੋਵੇ, ਉਸ ਤੋਂ ਪੁਰਾਣੀ ਪਰਚੇਜ਼ ਨਹੀਂ ਮਿਲਣੀ। ਤੇ ਕੈਪੀਟਲ ਗੁੱਡਸ ਦਾ ਜਿੱਦਾਂ ਕ੍ਰੈਡਿਟ ਆਪਾਂ ਪਰਸੈਂਟੇਜ ਪੁਆਇੰਟ ਨਾਲ ਕੈਲਕੂਲੇਟ ਕਰਦੇ ਹਾਂ ਸੇਮ ਤਰੀਕਾ ਇੱਥੇ ਲਾਗੂ ਹੋਊਗਾ ਐਜ਼ ਪ੍ਰਿਸਕ੍ਰਾਈਬ, ਓਕੇ। ਹੁਣ ਆਪਾਂ ਕਰਦੇ ਹਾਂ ਕਿ ਇਹਦਾ ਪ੍ਰੋਸੀਜਰ ਕੀ ਹੈਗਾ ਕੰਪੋਜੀਸ਼ਨ ਸਕੀਮ 'ਚ ਆਉਣ ਦਾ। ਪਹਿਲਾਂ ਇਹ ਪੜਾਂਗੇ, ਫਿਰ ਪੜਾਂਗੇ ਕੰਪੋਜੀਸ਼ਨ ਸਕੀਮ ਤੋਂ ਨਾਰਮਲ ਟੈਕਸੇਬਲ ਪਰਸਨ ਜਾਣ ਦਾ, ਦੋਨਾਂ ਦਾ ਪ੍ਰੋਸੀਜਰ ਕੀ ਡਿਫਾਈਨਡ ਹੈ, ਓਕੇ। ਪਹਿਲਾਂ ਆਪਾਂ ਕਰਦੇ ਹਾਂ ਕੰਪੋਜੀਸ਼ਨ ਸਕੀਮ 'ਚ ਬੰਦੇ ਨੇ ਐਂਟਰ ਹੋਣਾ। ਜੇ ਬੰਦੇ ਨੇ ਕੰਪੋਜੀਸ਼ਨ ਸਕੀਮ 'ਚ ਐਂਟਰ ਹੋਣਾ ਹੈ ਤਾਂ ਉਹਦੇ ਅੰਦਰ 3 ਤਰ੍ਹਾਂ ਦੇ ਕੇਸਿਸ ਹੋ ਸਕਦੇ। ਪਹਿਲਾ ਹੈਗਾ ਕਿ ਜਦੋਂ GST ਲੱਗਾ ਉਦੋਂ ਬੰਦਾ ਪੁਰਾਣੀ ਟੈਕਸ ਰਜੀਮ ਤੋਂ ਨਵੀਂ GST ਰਜੀਮ 'ਚ ਐਜ਼ ਅ ਕੰਪੋਜੀਸ਼ਨ ਡੀਲਰ ਹੀ ਆਇਆ, ਠੀਕ ਹੈ। ਦੂਸਰਾ ਹੈਗਾ ਕਿ ਇੱਕ ਨਵਾਂ ਬੰਦਾ ਹੈਗਾ ਉਹਨੇ ਰਜਿਸਟ੍ਰੇਸ਼ਨ ਲਈ ਵੋਲੰਟਰੀ ਰਜਿਸਟ੍ਰੇਸ਼ਨ ਉਹਨੇ ਕੰਪੋਜੀਸ਼ਨ ਸਕੀਮ ਦੀ ਲਈ, ਠੀਕ ਹੈ। ਤੀਸਰਾ ਹੈਗਾ ਨਾਰਮਲ ਟੈਕਸੇਬਲ ਪਰਸਨ ਰਜਿਸਟਰਡ ਹੈਗਾ GST 'ਚ ਉਹਨੇ ਕੰਪੋਜੀਸ਼ਨ 'ਚ ਜਾਣਾ। ਹੁਣ ਆਪਾਂ 1 ਬਾਏ 1 ਇਹਨਾਂ ਤਿੰਨਾਂ ਨੂੰ ਦੇਖਦੇ ਹਾਂ ਕਿ ਇਹਨਾਂ ਦਾ ਟ੍ਰੀਟਮੈਂਟ ਕੀ ਹੋਊਗਾ। ਜਿਹੜਾ ਬੰਦਾ ਤਾਂ ਪੁਰਾਣੇ ਟੈਕਸ ਰਜੀਮ ਤੋਂ ਕੰਪੋਜੀਸ਼ਨ ਸਕੀਮ ਸਿੱਧਾ ਆਇਆ ਉਹਨੇ ਇੱਕ ਫਾਰਮ ਭਰਨਾ ਸੀਗਾ CMP 03। ਉਹਦੇ 'ਚ ਉਹਨੇ ਸਾਰਾ ਆਪਣਾ ਸਟਾਕ ਇੰਕਲੂਡਿੰਗ ਦ ਇਨਪੁਟਸ ਪਰਚੇਜ਼ ਫਰੋਮ ਅਨਰਜਿਸਟਰਡ ਡੀਲਰ ਵੀ ਦੱਸਣਾ ਸੀ। GST ਫਾਰਮ CMP 03 ਇਹ ਪਹਿਲਾਂ ਕਿਹਾ ਸੀ ਕਿ 90 ਡੇਜ਼ ਦੇ ਵਿੱਚ ਭਰਨਾ ਹੈ, ਪਰ ਬਾਅਦ 'ਚ ਇਹ 31 ਜਨਵਰੀ 2018 ਤੱਕ ਡੈਫਰ ਕੀਤਾ ਗਿਆ ਸੀਗਾ, ਠੀਕ ਹੈ ਜੀ। ਤੇ ਇਹ ਹੋ ਗਿਆ ਪਹਿਲਾ, ਮੈਂ ਪੜ੍ਹ ਦਿੰਦਾ ਇਹਦਾ ਕੀ ਹੈਗਾ। ਕੇਸ ਨੰਬਰ 1 ਅਸੀਂ ਪੜ੍ਹ ਰਹੇ ਹਾਂ ਫਰੋਮ ਦ ਪ੍ਰੀਵੀਅਸ ਟੈਕਸ ਰਜੀਮ। ਉਹਨੇ ਫਾਰਮ ਭਰਨਾ ਸੀਗਾ GST CMP 03 containing the details of stock including inward supply of goods received from unregistered person held by him in the day preceding the date from which he opts for the scheme। ਇਹਦੀ ਟਾਈਮਲਾਈਨ ਸੀਗੀ ਪਹਿਲਾਂ 90 ਡੇਜ਼, ਠੀਕ ਹੈ ਜੀ। ਬਾਅਦ 'ਚ ਐਕਸਟੈਂਡ ਹੋਈ ਸੀ ਬਾਈ ਆਰਡਰ ਨੰਬਰ 11/2017 ਡੇਟਡ 21 ਦਸੰਬਰ 2017 ਤੇ ਡੇਟ ਸੀਗੀ ਐਕਸਟੈਂਡ ਹੋਈ ਸੀ ਟਿਲ 31 ਜਨਵਰੀ 2018। ਕਲੀਅਰ। ਦੈਨ ਕੇਸ ਨੰਬਰ 2 ਹੈ, ਬੜਾ ਸਿੰਪਲ ਹੈ ਕਿ ਨਵਾਂ ਬੰਦਾ ਹੈਗਾ ਉਹਨੇ GST ਦਾ ਰਜਿਸਟ੍ਰੇਸ਼ਨ ਅਪਲਾਈ ਕਰਨਾ, ਹੀ ਵਾਂਟਸ ਟੂ ਅਪਲਾਈ ਅੰਡਰ ਕੰਪੋਜੀਸ਼ਨ ਸਕੀਮ। ਉਹਦੇ ਤੋਂ ਕੁਝ ਵੀ ਨਹੀਂ ਹੈਗਾ, ਉਹਨੇ ਜਿਹੜਾ ਪਾਰਟ B ਹੈਗਾ ਉਹ ਫਾਰਮ GST RE 01 ਉਹ 'ਚ ਉਹਨੇ ਭਰ ਦੇਣਾ ਤੇ ਉਹ ਪ੍ਰੋਪਰ ਆਫਿਸਰ ਨੇ ਚੈੱਕ ਕਰਕੇ ਤੇ ਉਹਨੂੰ ਰਜਿਸਟ੍ਰੇਸ਼ਨ ਦੇ ਦੇਣੀ ਅੰਡਰ ਕੰਪੋਜੀਸ਼ਨ। ਵੈਰੀ ਸਿੰਪਲ, ਠੀਕ ਹੈ। ਥਰਡ ਹੈਗਾ, ਇਹ ਥੋੜਾ ਧਿਆਨ ਨਾਲ ਸੁਣੋ।
ਇੱਕ ਨਾਰਮਲ ਟੈਕਸੇਬਲ ਪਰਸਨ ਨੇ ਕੰਪੋਜੀਸ਼ਨ 'ਚ ਜਾਣਾ। ਹੁਣ ਲਾਅ ਡਿਫਾਈਨ ਕਰਦਾ ਹੈ ਕਿ ਕੰਪੋਜੀਸ਼ਨ ਤੁਸੀਂ ਜਾਓਗੇ ਐਟ ਦ ਬਿਗਿਨਿੰਗ ਆਫ ਅ ਫਾਈਨੈਂਸ਼ੀਅਲ ਈਅਰ ਓਨਲੀ। ਐ ਨਹੀਂ ਕਿ ਅਕਤੂਬਰ ਨਵੰਬਰ ਦਸੰਬਰ ਜਦੋਂ ਮਰਜ਼ੀ ਵੜ ਗਏ ਨਾ, ਬਿਗਿਨਿੰਗ ਆਫ ਫਾਈਨੈਂਸ਼ੀਅਲ ਈਅਰ 'ਚ ਹੀ ਤੁਸੀਂ ਕੰਪੋਜੀਸ਼ਨ ਸਕੀਮ 'ਚ ਐਂਟਰ ਕਰ ਸਕਦੇ ਹੋ। ਠੀਕ ਹੈ, ਸੋ ਇਹਦੇ ਦੋ ਫਾਰਮਸ ਇਨਵੋਲਵ ਨੇ। ਇੱਕ ਹੈਗਾ ਫਾਰਮ ਨੰਬਰ CMP 02 ਤੇ ਇੱਕ ਹੈਗਾ ITC 03। CMP 02 ਜਿਹੜਾ ਫਾਰਮ ਹੈਗਾ ਉਹ ਉਹਨੇ ਭਰਨਾ ਹੈਗਾ ਫਾਈਨੈਂਸ਼ੀਅਲ ਈਅਰ ਖਤਮ ਹੋਣ ਤੋਂ ਪਹਿਲਾਂ। ਠੀਕ ਹੈ, ਤੇ ਜਦੋਂ ਭਰਤਾ ਫਿਰ ਫਾਈਨੈਂਸ਼ੀਅਲ ਈਅਰ ਦੀ ਸਟਾਰਟਿੰਗ 'ਚ ਉਹਨੂੰ ਜੇ ਕੰਪੋਜੀਸ਼ਨ ਸਕੀਮ ਮਿਲ ਗਈ, ਫਿਰ ਉਸ ਦਿਨ ਤੋਂ 60 ਦਿਨਾਂ ਦੇ ਅੰਦਰ ਉਹਨੇ ਭਰਨਾ ਹੈਗਾ ਫਾਰਮ ITC 03। ਗॉट ਮਾਈ ਪੁਆਇੰਟ? CMP 02 ਬਿਫੋਰ ਦ ਸਟਾਰਟ ਆਫ ਫਾਈਨੈਂਸ਼ੀਅਲ ਈਅਰ, ਕਿਉਂਕਿ ਫਾਈਨੈਂਸ਼ੀਅਲ ਈਅਰ ਤੋਂ ਇਲਾਵਾ ਅਸੀਂ ਉੱਥੇ ਆਊਟ ਕਰ ਨਹੀਂ ਸਕਦੇ। ਹੁਣ ਉਹਨੂੰ ਕੰਪੋਜੀਸ਼ਨ ਸਕੀਮ ਮਿਲ ਗਈ, ਜਿੱਦਣ ਮਿਲੀ ਉਹ ਤੋਂ ਵਿਦਿਨ 60 ਡੇਜ਼ ਉਹਨੇ ITC 03 ਫਾਰਮ ਭਰ ਕੇ ਸਬਮਿਟ ਦੇਣਾ। ਠੀਕ ਹੈ, ਇਹ ਹੋ ਗਏ ਦੋ। ਨਾ ਆਪਾਂ ਕੁਇਕਲੀ ਇਹਨੂੰ ਦੇਖ ਲਈਏ। ਕੰਪੋਜੀਸ਼ਨ ਸਕੀਮ 'ਚ ਬੰਦਾ ਜੇ ਆਊਗਾ, ਪਹਿਲਾਂ ਆਉਣਾ ਸੀਗਾ ਕਿ ਜਦੋਂ GST ਲੱਗਾ ਉਹਨੇ ਭਰਨਾ ਸੀ ਫਾਰਮ CMP 03, ਜਿਸ 'ਚ ਉਹਨੇ ਸਾਰਾ ਸਟਾਕ ਵਗੈਰਾ ਡਿਫਾਈਨ ਕਰਨਾ ਸੀ ਆਪਣਾ। ਉਹਦੀ ਡੇਟ ਐਕਸਟੈਂਡ ਹੋਈ ਸੀ ਅਪ ਟੂ 31 ਜਨਵਰੀ 2018। ਕਲੀਅਰ? ਸੈਕਿੰਡ, ਨਵਾਂ ਬੰਦਾ ਹੈਗਾ ਉਹਨੇ ਸਿੱਧੀ ਰਜਿਸਟ੍ਰੇਸ਼ਨ ਹੀ ਕੰਪੋਜੀਸ਼ਨ 'ਚ ਲੈਣੀ ਹੈ। ਬੜਾ ਸਿੰਪਲ ਹੈ, ਜਿਹੜਾ ਪਾਰਟ B ਆਫ REG 01 ਹੈ ਉਹ 'ਚੋਂ ਭਰ ਦੂਗਾ, ਪ੍ਰੋਪਰ ਆਫਿਸਰ ਉਹਨੂੰ ਐਗਜ਼ਾਮਿਨ ਕਰਕੇ ਉਹਨੂੰ ਰਜਿਸਟ੍ਰੇਸ਼ਨ ਦੇ ਦੂਗਾ ਤੇ ਕੰਪੋਜੀਸ਼ਨ। ਤੀਸਰਾ, ਨਾਰਮਲ ਟੈਕਸੇਬਲ ਪਰਸਨ ਆਲਰੇਡੀ ਹੈ GST 'ਚ, ਉਹਨੇ ਕੰਪੋਜੀਸ਼ਨ ਜਾਣਾ ਤਾਂ ਫਾਈਨੈਂਸ਼ੀਅਲ ਈਅਰ ਦੀ ਸਟਾਰਟਿੰਗ 'ਚ ਹੀ ਜਾ ਸਕਦਾ ਹੈ, ਐਦਾਂ ਕਿਤੇ ਨਹੀਂ ਜਾ ਸਕਦਾ। ਉਹਦੇ ਵਾਸਤੇ CMP 02 ਫਾਰਮ ਭਰਨਾ ਹੈ ਫਾਈਨੈਂਸ਼ੀਅਲ ਈਅਰ ਖਤਮ ਹੋਣ ਤੋਂ ਪਹਿਲਾਂ, ਤਾਂ ਕਿ ਅਗਲੇ ਫਾਈਨੈਂਸ਼ੀਅਲ ਈਅਰ 'ਚ ਚੱਲ ਜੇ। ਜਦੋਂ ਉੱਥੇ ਅਗਲੇ ਫਾਈਨੈਂਸ਼ੀਅਲ ਈਅਰ 'ਚ ਉਹ ਕੰਪੋਜੀਸ਼ਨ ਚਲਾ ਗਿਆ ਤਾਂ ਵਿਦਿਨ 60 ਡੇਜ਼ ਉਹਨੇ ITC 03 ਫਾਰਮ ਭਰਨਾ। ਕਲੀਅਰ? ਹੁਣ ਆਪਾਂ ਕਰਦੇ ਹਾਂ ਕਿ ਹੁਣ ਬੰਦਾ ਕੰਪੋਜੀਸ਼ਨ 'ਚ ਹੈਗਾ, ਉਹਨੇ ਨਾਰਮਲ ਟੈਕਸੇਬਲ ਪਰਸਨ ਬਣਨਾ ਪਹਿਲਾਂ ਨਾਲੋਂ ਉਲਟ। ਠੀਕ ਹੈ, ਉਹਦੇ 'ਚ ਕੀ ਹੋਊਗਾ? ਇਹਦੇ 'ਚ ਹੈਗਾ ਜੇ ਤਾਂ ਬੰਦਾ ਵੋਲੰਟੈਰੀਲੀ ਕਰ ਰਿਹਾ। ਵੋਲੰਟੈਰੀ ਦਾ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਬੰਦਾ ਕੰਪੋਜੀਸ਼ਨ 'ਚ ਹੈ, ਉਹ ਕੰਪੋਜੀਸ਼ਨ 'ਚ ਰਹਿਣ ਵਾਸਤੇ ਐਲੀਜੀਬਲ ਵੀ ਹੈ, ਐਲੀਜੀਬਿਲਿਟੀ ਦੀ ਪੂਰੀ ਹੈ, ਪਰ ਆਪਣੇ ਪਰਸਨਲ ਕਾਰਨਾਂ ਵਾਸਤੇ ਉਹ ਬੰਦਾ ਹੁਣ ਕੰਪੋਜੀਸ਼ਨ ਤੋਂ ਸ਼ਿਫਟ ਹੋ ਕੇ ਨਾਰਮਲ ਟੈਕਸੇਬਲ ਪਰਸਨ ਬਣਨਾ ਚਾਹੁੰਦਾ ਤਾਂ ਉਹਨੇ CMP 04 ਇੱਕ ਫਾਰਮ ਭਰਨਾ। ਐਜ਼ ਸਿੰਪਲ ਐਜ਼ ਦੈਟ, ਬਿਫੋਰ ਡੇਟ ਆਫ ਸੱਚ ਵਿਡਰੋਲ ਉਹਨੇ ਇੱਕ CMP 04 ਫਾਰਮ ਭਰਨਾ। ਠੀਕ ਹੈ, ਕੇਸ ਨੰਬਰ 2, ਇਹ ਉਹ ਕੇਸ ਹੈ ਜਿਹਦੇ ਅੰਦਰ ਕਿ ਜਿਹੜੀ ਐਲੀਜੀਬਿਲਿਟੀ ਸੀਗੀ ਉਹਦੀ ਉਹ ਖਤਮ ਹੋ ਗਈ। ਮੰਨ ਲਓ ਐਗਰੀਗੇਟ ਟਰਨਓਵਰ ਉੱਥੋਂ ਵੱਧ ਗਈ ਜਾਂ ਕੋਈ ਹੋਰ ਚੀਜ਼ ਹੋ ਗਈ ਜਿਹਦੇ ਨਾਲ ਉਹ ਇਨਐਲੀਜੀਬਲ ਹੋ ਗਿਆ ਟੂ ਕੰਟੀਨਿਊ ਇਨ ਕੰਪੋਜੀਸ਼ਨ ਸਕੀਮ। ਉਹਦੇ 'ਚ ਵੀ ਉਹਨੇ GST CMP 04 ਫਾਰਮ ਹੀ ਭਰਨਾ, ਪਰ ਭਰਨਾ ਕਦੋਂ ਹੈ? ਵਿਦਿਨ 7 ਡੇਜ਼ ਆਫ ਦ ਡੇਟ ਆਫ ਅਕਰੈਂਸ, ਜਿੱਦਣ ਉਹਦੀ ਇਨਐਲੀਜਿਬਿਲਿਟੀ ਹੋਈ। ਠੀਕ ਹੈ, ਪਹਿਲਾ। ਦੂਸਰਾ, ਉਹਨੇ ITC 01 ਭਰਨਾ ਵਿਦਿਨ 30 ਡੇਜ਼ ਫਰੋਮ ਦ ਡੇਟ ਆਫ ਵਿਡਰੋਲ। ਮੈਂ ਦੁਬਾਰਾ ਰਿਪੀਟ ਕਰਦਾ ਹੁਣ ਇਸ ਸਾਰੇ ਨੂੰ ਪੰਜਾਬੀ 'ਚ ਆਪਾਂ ਸਮਝ ਲਈਏ। ਬੰਦਾ ਕੰਪੋਜੀਸ਼ਨ ਸਕੀਮ 'ਚੋਂ ਵਿਡਰॉ ਕਰ ਰਿਹਾ ਤੇ ਨਾਰਮਲ ਟੈਕਸੇਬਲ ਪਰਸਨ ਬਣ ਰਿਹਾ। ਦੋ ਕੇਸਾਂ 'ਚ ਹੋਊਗਾ, ਇੱਕ ਤਾਂ ਵੋਲੰਟੈਰੀਲੀ ਵਿਡਰॉ ਕਰਨ ਤੋਂ ਪਹਿਲਾਂ ਉਹਨੇ CMP 04 ਫਾਰਮ ਭਰਨਾ। ਠੀਕ ਹੈ। ਦੂਸਰਾ, ਬੰਦਾ ਇਨਐਲੀਜੀਬਲ ਹੋ ਗਿਆ ਟੂ ਬੀ ਰਜਿਸਟਰਡ ਐਜ਼ ਅ ਕੰਪੋਜੀਸ਼ਨ ਟੈਕਸ ਪੇਅਰ। ਉਹਨੇ ਜਿਸ ਦਿਨ ਇਨਐਲੀਜੀਬਲ ਹੋ ਗਿਆ ਉਸ ਤੋਂ 7 ਦਿਨਾਂ ਦੇ ਅੰਦਰ ਅੰਦਰ CMP 04 ਭਰਨਾ ਤੇ ਫਿਰ 30 ਡੇਜ਼ ਦੇ ਅੰਦਰ ਅੰਦਰ ITC 01 ਭਰਨਾ ਫਰੋਮ ਡੇਟ ਆਫ ਵਿਡਰੋਲ। ਓਕੇ, ਇਹ ਹੋ ਗਿਆ ਆਪਣਾ ਜਿਹੜਾ ਪ੍ਰੋਸੀਜਰ ਹੈ। ਹੁਣ ਆਪਾਂ ਦੇਖਦੇ ਹਾਂ ਕਿ ਇਫੈਕਟਿਵ ਡੇਟ ਆਫ ਕੰਪੋਜੀਸ਼ਨ ਕੀ ਹੈ। ਇਫੈਕਟਿਵ ਡੇਟ ਆਫ ਕੰਪੋਜੀਸ਼ਨ ਜਿਸ ਦਿਨ, ਜਾਂ ਤਾਂ ਪਹਿਲਾ ਕੇਸ ਕੀਤਾ ਕਿ ਜਿਸ ਦਿਨ ਜੇ ਬੰਦਾ ਪੁਰਾਣੇ ਰਜੀਮ ਤੋਂ ਨਵੇਂ ਰਜੀਮ 'ਚ ਆਇਆ, ਜਦੋਂ GST ਲੱਗਾ, ਫਿਰ ਤਾਂ ਅਪੁਆਇੰਟਡ ਡੇ ਹੀ ਆ, ਬਿਲਕੁਲ ਸਿੰਪਲ ਹੋ ਗਿਆ, ਇਸ ਤੋਂ ਕੋਈ ਔਖਾ ਹੈ ਹੀ ਨਹੀਂ। ਦੂਸਰਾ ਆਪਾਂ ਕੇਸ ਕੀਤਾ ਸੀਗਾ ਕਿ ਬੰਦੇ ਨੇ ਨਵੀਂ ਰਜਿਸਟ੍ਰੇਸ਼ਨ ਹੀ ਕੰਪੋਜੀਸ਼ਨ 'ਚ ਲਈ, ਜਿਸ ਡੇਟ ਤੋਂ ਉਹਦੀ ਰਜਿਸਟ੍ਰੇਸ਼ਨ ਇਫੈਕਟਿਵ ਹੈ ਉਸ ਡੇਟ ਤੋਂ ਉਹ ਕੰਪੋਜੀਸ਼ਨ ਸਕੀਮ 'ਚ ਆ ਗਿਆ। ਠੀਕ ਹੈ। ਤੀਸਰਾ ਆਪਾਂ ਕੀਤਾ ਕਿ ਨਾਰਮਲ ਟੈਕਸੇਬਲ ਪਰਸਨ ਹੈਗਾ, ਕੰਪੋਜੀਸ਼ਨ ਜਾਊਗਾ, ਉਹ ਜਾਊਗਾ ਫਾਈਨੈਂਸ਼ੀਅਲ ਈਅਰ ਦੀ ਸਟਾਰਟਿੰਗ ਜਿਸ ਫਾਈਨੈਂਸ਼ੀਅਲ ਈਅਰ 'ਚ ਉਹਨੇ ਐਪਟ ਕੀਤਾ। ਠੀਕ ਹੈ, ਇਹ ਬਿਲਕੁਲ ਸਿੰਪਲ ਹੈ। ਦੁਬਾਰਾ ਆਪਾਂ ਰਿਪੀਟ ਕਰ ਲੈਂਦੇ ਹਾਂ। ਇਫੈਕਟਿਵ ਡੇਟ ਆਫ ਕੰਪੋਜੀਸ਼ਨ ਕੀ ਹੋਊਗੀ? ਜੇ ਤਾਂ ਬੰਦਾ ਪੁਰਾਣੀ ਟੈਕਸੇਬਲ ਰਜੀਮ ਤੋਂ GST 'ਚ ਆਇਆ, ਜਦੋਂ GST ਲੱਗਾ ਤਾਂ ਅਪੁਆਇੰਟਡ ਡੇਟ ਹੋ ਗਈ। ਜੇ ਬੰਦੇ ਨੇ ਨਵੀਂ ਰਜਿਸਟ੍ਰੇਸ਼ਨ ਲਈ ਤਾਂ ਜਿਸ ਡੇਟ ਤੋਂ ਰਜਿਸਟ੍ਰੇਸ਼ਨ ਇਫੈਕਟਿਵ ਹੈ ਉਹ ਡੇਟ ਹੋ ਗਈ। ਜੇ ਬੰਦੇ ਨੇ ਨਾਰਮਲ ਟੈਕਸੇਬਲ ਪਰਸਨ ਸੀਗਾ, GST ਤੇ ਕੰਪੋਜੀਸ਼ਨ ਸਵਿਚ ਓਵਰ ਹੋਇਆ ਤਾਂ ਜਿਸ ਫਾਈਨੈਂਸ਼ੀਅਲ ਈਅਰ ਦੀ ਬਿਗਨਿੰਗ 'ਚ ਹੋਇਆ ਉਹ ਬਿਗਨਿੰਗ ਆਫ ਫਾਈਨੈਂਸ਼ੀਅਲ ਈਅਰ ਹੋ ਗਈ। ਸਿੰਪਲ। ਹੁਣ ਆਪਾਂ ਆ ਗਏ
ਕਿ ਅੱਜ ਦੀ ਡੇਟ 'ਚ ਰਿਟਰਨਸ ਕਿਹੜੀਆਂ ਪ੍ਰਿਸਕ੍ਰਾਈਬ ਨੇ। ਇਹਦੇ 'ਚ ਨੋਟੀਫਿਕੇਸ਼ਨ ਨੰਬਰ 21 ਆਈ ਸੀ 2019 ਦੀ, 23 ਅਪ੍ਰੈਲ 2019 ਨੂੰ ਆਈ ਸੀਗੀ। ਇਹਨਾਂ ਨੇ ਡਿਫਾਈਨ ਕੀਤਾ CMP 08, ਇਟ ਇਜ਼ ਅ ਕੁਆਟਰਲੀ ਸਟੇਟਮੈਂਟ ਆਫ ਸੈਲਫ ਅਸੈਸ ਟੈਕਸ। CMP 08 ਕੁਆਟਰਲੀ ਅਸੈਸਮੈਂਟ ਆਫ ਸੈਲਫ ਅਸੈਸ ਟੈਕਸ। GST 4 ਹੈਗੀ ਹੈ, GSTR 4 ਰਿਟਰਨ ਆਫ ਫਾਈਨੈਂਸ਼ੀਅਲ। ਬਿਲਕੁਲ ਸਿੰਪਲ ਹੈ, ਕੁਛ ਇਹਨੂੰ ਦੇਖ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਹੈਗੀ। ਮਤਲਬ CMP 08 ਹੈ, ਕੁਆਟਰਲੀ ਸੈਲਫ ਅਸੈਸ ਟੈਕਸ ਦੀ ਸਟੇਟਮੈਂਟ ਹੈਗੀ ਹੈ, ਅਤੇ GSTR 4 ਹੈਗੀ ਹੈ, ਉਹ ਰਿਟਰਨ ਆਫ ਫਾਈਨੈਂਸ਼ੀਅਲ ਈਅਰ ਹੈ। ਨੋਟੀਫਿਕੇਸ਼ਨ ਯਾਦ ਰੱਖਿਓ, ਨੋਟੀਫਿਕੇਸ਼ਨ ਨੰਬਰ 21 2019 ਹੈ, ਡੇਟਡ 23 ਅਪ੍ਰੈਲ 2019। ਠੀਕ ਹੈ ਜੀ। ਹੁਣ ਆਪਾਂ ਆ ਗਏ ਇੱਕ ਨਵਾਂ ਚੀਜ਼ ਐਡ ਕੀਤੀ ਗਈ ਸੀਗੀ, ਇਹਨੂੰ ਧਿਆਨ ਨਾਲ ਸੁਣਿਓ। ਇਹ ਇੱਕ ਨਵਾਂ ਆਪਾਂ ਐਡ ਕੀਤਾ ਸੀ ਸੈਕਸ਼ਨ 10(1) PGST ਅਮੈਂਡਮੈਂਟ ਐਕਟ 2018। ਇਹਨਾਂ ਨੇ ਕੀ ਕੀਤਾ, ਸਪਲਾਇਰ ਆਫ ਸਰਵਿਸਿਜ਼, ਕਿਉਂਕਿ ਪਹਿਲਾਂ ਆਪਾਂ ਤੁਹਾਨੂੰ ਯਾਦ ਹੋਵੇ ਆਪਾਂ ਪੜ੍ਹਿਆ ਸੀਗਾ ਕਿ ਇੱਕ ਇਨਐਲੀਜੀਬਿਲਿਟੀ 'ਚ ਆਪਾਂ ਲਾਸਟ ਪੜ੍ਹਿਆ ਸੀਗਾ ਸਪਲਾਇਰ ਆਫ ਸਰਵਿਸਿਜ਼ ਐਕਸੈਪਟ ਰੈਸਟੋਰੈਂਟ ਸਰਵਿਸਿਜ਼, ਜਿੱਥੇ ਮੈਂ ਕਿਹਾ ਸੀ ਕਿ ਇਹ 'ਚ ਚੇਂਜਸ ਆਈਆਂ, ਆਪਾਂ ਅੱਗੇ ਪੜ੍ਹਾਂਗੇ। ਉਹ ਪਹਿਲੀ ਚੇਂਜ ਆ ਹੈ, ਕੰਪੋਜੀਸ਼ਨ ਸਕੀਮ ਦੀ ਐਂਬਿਟ ਨੂੰ ਵਧਾਇਆ ਗਿਆ। ਉਹ ਕਿੱਦਾਂ ਵਧਾਇਆ ਗਿਆ? ਉਹ 'ਚ ਉਹਨਾਂ ਨੇ ਇਹ ਕਿਹਾ, ਕੋਈ ਬੰਦਾ ਬਾਕੀ ਸਾਰੀ ਕੰਡੀਸ਼ਨਸ ਮੀਟ ਕਰਦਾ ਹੈ, ਉਹ ਹੋਰ 5 ਪੁਆਇੰਟਾਂ 'ਚ ਇਨਐਲੀਜੀਬਲ ਨਹੀਂ ਹੈ। ਕੈਜੂਅਲ ਟੈਕਸੇਬਲ ਪਰਸਨ, ਨਾਨ ਰੈਜ਼ੀਡੈਂਟ ਟੈਕਸੇਬਲ ਪਰਸਨ, ਸਪਲਾਈ ਆਫ ਨਾਨ ਟੈਕਸੇਬਲ ਗੁੱਡਸ, ਸੈਕਸ਼ਨ 52 TCS, ਮੈਨੂਫੈਕਚਰਿੰਗ ਆਫ 4 ਪ੍ਰੋਡਕਟਸ, ਪਾਨ ਮਸਾਲਾ, ਆਪਣਾ ਏਰੀਟਡ ਡਰਿੰਕਸ, ਟੋਬੈਕੋ ਐਂਡ ਆਈਸਕ੍ਰੀਮਸ ਐਂਡ ਇੰਟਰਸਟੇਟ। ਜੇ ਇਹ ਚੀਜ਼ਾਂ ਨਹੀਂ ਕਰ ਰਿਹਾ, ਸਿਰਫ ਇੱਕ ਸਪਲਾਈ ਆਫ ਸਰਵਿਸ ਕਰਕੇ ਉਹ ਬੰਦਾ ਇਨਐਲੀਜੀਬਲ ਹੋ ਰਿਹਾ ਫॉर ਕੰਪੋਜੀਸ਼ਨ ਸਕੀਮ, ਤਾਂ ਉਹਦੇ ਅੰਦਰ ਥੋੜ੍ਹੀ ਜਿਹੀ ਰਿਲੈਕਸੇਸ਼ਨ ਕੀਤੀ। ਉਹ ਕੀ ਕੀਤੀ? ਉਹ ਰਿਲੈਕਸੇਸ਼ਨ ਇਹ ਕੀਤੀ ਕਿ ਜਿਹੜੀ ਉਹਦੀ ਪਿਛਲੇ ਸਾਲ 'ਚ ਐਗਰੀਗੇਟ ਟਰਨਓਵਰ ਸੀ, ਉਹਦਾ 10% ਤੋਂ ਜ਼ਿਆਦਾ ਸਰਵਿਸ ਦੀ ਸਪਲਾਈ ਨਾ ਹੋਵੇ, ਪਹਿਲੀ ਗੱਲ। ਦੂਜੀ ਗੱਲ, 5 ਲੱਖ ਹੋਵੇ। ਇਹਨਾਂ ਦੋਨਾਂ ਜਿਹੜੀ ਚੀਜ਼ ਜ਼ਿਆਦਾ, ਦੁਬਾਰਾ ਸਮਝਿਓ, ਕੰਪੋਜੀਸ਼ਨ ਦੇ ਐਂਬੀਐਂਟ ਨੂੰ ਵਧਾਉਣ ਵਾਸਤੇ ਸਰਵਿਸ ਸੈਕਟਰ ਵਾਲਿਆਂ 'ਚ ਥੋੜ੍ਹਾ ਜਿਹਾ ਇਹਨਾਂ ਨੇ ਰਿਲੈਕਸੇਸ਼ਨ ਦਿੱਤਾ। ਇਹਨਾਂ ਨੇ ਕਿਹਾ ਕਿ ਬਾਕੀ ਜੇ ਸਾਰੀ ਕੰਡੀਸ਼ਨਸ ਮੀਟ ਹੋ ਰਹੀਆਂ, ਤਾਂ ਉਹ ਬੰਦੇ ਜਿਨ੍ਹਾਂ ਦੀ ਸਾਲ ਦੀ ਐਗਰੀਗੇਟ ਟਰਨਓਵਰ ਦਾ 10% ਤੋਂ ਜ਼ਿਆਦਾ ਸਪਲਾਈ ਆਫ ਸਰਵਿਸ ਨਹੀਂ ਹੈ, ਜਾਂ ਸਪਲਾਈ ਆਫ ਸਰਵਿਸ 5 ਲੱਖ ਤੱਕ ਹੈ, ਇਹੜੀ ਦੋਨਾਂ 'ਚੋਂ ਜਿਹੜੀ ਜ਼ਿਆਦਾ ਹੋਈ ਤਾਂ ਉਹ ਕੰਪੋਜੀਸ਼ਨ 'ਚ ਆ ਸਕਦਾ। ਇਹਦੇ ਆਪਾਂ ਐਗਜ਼ਾਮਪਲ ਲੈਂਦੇ ਹਾਂ। ਇੱਕ ਬੰਦੇ ਦੀ 1 ਸਾਲ ਦੀ ਐਗਰੀਗੇਟ ਟਰਨਓਵਰ ਸੀਗੀ 1 ਕਰੋੜ, ਉਹਦੇ ਵਿੱਚੋਂ ਸਪਲਾਈ ਆਫ ਸਰਵਿਸ ਸੀਗੀ 9 ਲੱਖ। ਠੀਕ ਹੈ, ਤਾਂ 10% ਬਣਦੀ ਸੀਗੀ 10 ਲੱਖ, ਉਹਨੇ 10% ਐਗਰੀਗੇਟ ਟਰਨਓਵਰ ਤੋਂ ਘੱਟ ਸਪਲਾਈ ਕੀਤੀ ਹੈ ਸਰਵਿਸ ਦੀ, ਤਾਂ ਇਹ ਕੇਸ 'ਚ ਉਹ ਕੰਪੋਜੀਸ਼ਨ 'ਚ ਆ ਜਾਊਗਾ ਇਸ ਕੰਡੀਸ਼ਨ 'ਚ। ਠੀਕ ਹੈ। ਦੂਸਰੀ ਕੰਡੀਸ਼ਨ, ਜੇ ਮੰਨ ਲਓ ਪਰਸੈਂਟੇਜ ਨਹੀਂ ਹੈਗੀ ਤਾਂ 5 ਲੱਖ ਤੱਕ ਹੈ, ਤਾਂ ਵੀ ਆ ਜਾਊਗਾ। ਆਪਾਂ ਲੈਂਗੁਏਜ ਪੜ੍ਹੀ ਕੀ ਹੈਗੀ ਇਹਦੀ, under clause A, B and C may supply service other than those referred in clause B of paragraph 6 of schedule 2, condition की रखी, of value not exceeding 10% of turnover in state in the preceding financial year or 5 lakh rupees whichever is higher. Clear? So 10% of ਜਿਹੜੀ ਟਰਨਓਵਰ ਹੈਗੀ ਉਹਦਾ ਉਹ ਤੋਂ ਵੱਧ ਨਾ ਹੋਵੇ ਸਰਵਿਸ ਦੀ ਸਪਲਾਈ, ਜਾਂ 5 ਲੱਖ ਜਿਹੜੀ ਵੱਧ ਹੈ whichever is higher. ਠੀਕ ਹੈ। ਹੁਣ ਇਹਦੇ ਅੰਦਰ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਜਦੋਂ ਇਹ ਸਪਲਾਈ ਆਫ ਸਰਵਿਸ ਨੂੰ ਆਪਾਂ ਐਡ ਕਰਨਾ ਤਾਂ ਉਹ 'ਚ ਰੈਸਟੋਰੈਂਟ ਦੀ ਸਰਵਿਸ ਐਡ ਨਹੀਂ ਹੋਏਗੀ। ਕਿਉਂਕਿ ਕਿਉਂ ਨਹੀਂ ਐਡ ਹੋਏਗੀ? ਕਿਉਂਕਿ ਉਹ ਤਾਂ ਪਹਿਲਾਂ ਹੀ ਐਲੀਜੀਬਲ ਹੈ। ਸੋ ਜਿਹੜੇ ਬੰਦੇ ਓਰੀਜਨਲ ਕੰਪੋਜੀਸ਼ਨ ਸਕੀਮ 'ਚ ਫਿੱਟ ਨਹੀਂ ਹੁੰਦੇ ਉਹਨਾਂ ਨੇ ਇੱਥੇ ਆਉਣਾ, ਨਹੀਂ ਤਾਂ ਉਹ ਪਹਿਲੀ ਸਕੀਮ 'ਚ ਹੀ ਰਹਿਣਗੇ। ਗॉट ਮਾਈ ਪੁਆਇੰਟ? ਚਲੋ ਹੁਣ ਆਪਾਂ ਕਰਦੇ ਹਾਂ ਰੇਟ ਆਫ ਟੈਕਸ ਕੀ ਨੇ, ਕੰਪੋਜੀਸ਼ਨ ਸਕੀਮ ਦਾ ਰੇਟ ਆਫ ਟੈਕਸ ਕੀ ਹੈ। ਜੇ ਤਾਂ ਮੈਨੂਫੈਕਚਰਿੰਗ ਕਰ ਰਿਹਾ ਤਾਂ ਅੱਧਾ %। ਠੀਕ ਹੈ। ਜੇ ਉਹ ਰੈਸਟੋਰੈਂਟ ਸਰਵਿਸ ਹੈਗੀ ਹੈ ਫਿਰ 2.5%
तो जे ट्रेडर्स ने तो अद्धा परसेंट। दोबारा मैं रिपीट करदा, रेट ऑफ टैक्स की है जिहदा मैਨੂਫੈਕਚਰਿੰਗ च इनवॉल्व है। मैਨੂਫੈਕਚਰਿੰਗ च 4 चीज़ां एग्जैम्पटेड ने, पान मसाला, एरेटेड ड्रिंक्स, आइसक्रीम्स, टोबैको। इस तो इलावा जो मैਨੂਫੈਕਚਰਿੰਗ कर रहा है तो अद्धा परसेंट CGST, अद्धा परसेंट SGST, बाकी सारी शर्तां उदां ही लागू होणगीਆਂ। ठीक है। जे वो रेस्टोरेंट सर्विस कर रहा है एक्सैप्ट द सर्विस ऑफ एल्कोहल फॉर ह्यूमन कंजम्पशन तो 2.5% है। ठीक है, 2.5% CGST, 2.5% SGST। जे वो ट्रेडर है तो भी अद्धा परसेंट CGST, अद्धा परसेंट SGST। ठीक है। हुण इह 'च एक गल याद करनी है, जिहड़ी असी टर्नओवर लैनी है जदों असी टैक्स पे करना है तो वो असी टैक्सेबल सप्लाई की लैनी है, एग्जैम्प्ट सप्लाई की नहीं लैनी हैगी। मैं पढ़ के दसदा की है। ट्रेडर्स हू हैव ऑप्टेड फॉर कंपोजिशन स्कीम are required to pay tax only on their taxable supplies while excluding the value of their exempt supplies. This is clear, obviously common sense, right? चलो हुण आपां आगे अच्छा एक जिहड़ा दूसरा मैं पॉइंट किया सीगा रेस्टोरेंट सर्विस वाला, वो मैं उन्होंने प्रॉपर जिहड़ा डिफाइन है वो इदां हैगा, रेस्टोरेंट एंड कैटरिंग सर्विस रिलेटेड टू फूड एंड ड्रिंक अदर दैन द एल्कोहलिक लिकर फॉर ह्यूमन कंजम्पशन। क्लियर? ओके ना। हुण ये हैगा एक बहुत इंपॉर्टेंट, ये हैगी है नोटिफिकेशन नंबर 2 ऑफ 2019, 7 मार्च 2019। मैं दोबारा कहना, नोटिफिकेशन नंबर 2 ऑफ 2019 डेटेड 7 मार्च 2019। ये कंपोजिशन स्कीम अदर दैन अंडर सेक्शन 10। समझ आ गया? ये कंपोजिशन स्कीम हैगी अदर दैन अंडर सेक्शन 10, नोटिफिकेशन नंबर 2 ऑफ 2019 डेटेड 7 मार्च 2019। हुण इहदे च कंसैप्ट की हैगा, इट इज़ अ कंपोजिशन स्कीम्स फॉर द सप्लायर्स विद द एग्रीगेट टर्नओवर अप टू 50 लाख रुपीज़। हुण इन्हां ने इनू होर वधाता। इहदे च ध्यान की रखना, इस स्कीम च वो बंदे ही आ सकते हैं जिहड़े कि पहलियां 2 स्कीमां च नहीं आते। एक तो ओरिजिनल कंपोजिशन, उस तो बाद जिहड़ी उन्होंने कहा कि जी सप्लाई ऑफ सर्विस कर रहे हैं पर जी सप्लाई ऑफ सर्विस हैगी वो 10% टोटल टर्नओवर तो घट है या 5 लाख विच एवर इज़ हायर। जे उन्होंने दोनों च ऑप्ट नहीं कर रहा बंदा फिर वो इस जाऊगा। तो ये किद्दां होगा कि जिहड़ी सप्लाई ऑफ गुड्स एंड सर्विस हैगी है उसकी जिहड़ी टर्नओवर हैगी अप टू 50 लाख रुपीज़ है। पहली गल ये होगी। ठीक है। दूसरी गल ये जिहड़ी इंपॉर्टेंट पॉइंट हैगा कि उन्हें जो बिल के उत्ते आपां लिखिया सी उन्होंने जो डैक्लेरेशन देनी है, इन्हां दी डैक्लेरेशन होएगी टैक्सेबल परसन पेइंग टैक्स इन टर्म्स ऑफ नोटिफिकेशन नंबर 2/2019 सेंट्रल टैक्स रेट डेटेड 7/3/2019 नॉट एलिजिबल टू कलैक्ट टैक्स ऑन सप्लाईज। ये क्लीयरली उन्होंने बिल ऑफ सप्लाई पर मैंशन करना है। बाकी सारिया शर्तां जो कंपोजिशन स्कीम वाले लागू होंदियां उही ने ते, बट ये सैक्शन 10 च नहीं कवर्ड हैगा, ये अलग है। इस करके ये उत्ते जिहड़ी डैक्लेरेशन हैगी वो भी डिफरेंट है। ठीक है। हुण इनू आपां सारा एक बार रीड कर लेने हैं। सैक्शन रेलिवेंट की है, कैटेगरी की हैगी है, फर्स्ट सप्लाई ऑफ गुड्स एंड सर्विसेज आर बोथ अप टू एन एग्रीगेट टर्नओवर ऑफ 50 लाख रुपीज़ मेड ऑन एंड आफ्टर द फर्स्ट डे ऑफ अप्रैल इन एनी फाइनैंशियल ईयर बाय रजिस्टर्ड पर्सन। सो ये की निकल के आंदा है कि जी आप एग्रीगेट टर्नओवर कैलकुलेट करनी शुरू करनी है फ्रॉम द बिगिनिंग ऑफ अ फाइनैंशियल अप टू 50 लाख रुपीज़ सप्लाई होनी चाहिए। रेट की है 3% CGST, 3% SGST। उन्होंने रेट की सीगा मैਨੂਫੈਕਚਰਿੰਗ अद्धा परसेंट, रेस्टोरेंट कैटरिंग 2.5%, ट्रेडर अद्धा परसेंट। ये सीधा इन्होंने कहता कि रेट ऑफ टैक्स है 3% CGST, 3% SGST। ओके। हुण कंडीशंस की ने, सप्लाईज आर मेड बाय रजिस्टर्ड पर्सन हुज एग्रीगेट टर्नओवर इन द प्रीसीडिंग फाइनैंशियल ईयर 50 लाख रुपीज़ और बिलो, who is not eligible to pay tax under subsection 1 of section 10 of the said act. The registered person shall mention the following words at the top of bill of supply. अपन डिस्कस कर लिया। Taxable person paying tax in terms of notification number 2 of 2019, central tax rate dated 7/3/2019, not eligible to collect tax on the supplies. The registered person opting to pay central tax at the rate of 3% under this notification shall be liable to pay central tax at the rate of 3% on outward supplies in specified column 1, notwithstanding anything contained in subsection 1 of section 9 and section 11 of the said act. Then अगे है कि अदर कंडीशनस जी है वो सारिया ये लागू होणगियां जी सैक्शन 10 वाली हैगी। सो ये एक कंपोजिशन स्कीम के एम्पट में वधाउण वास्ते
ਪਹਿਲਾਂ ਉਹਨੇ ਟਾਈਟ ਰੱਖਿਆ, ਇਨਐਲੀਜੀਬਲ ਆ ਪੜਿਆ ਸਾਰਾ। ਫਿਰ ਉਹਨਾਂ ਨੇ ਇਲੈਕਸ਼ਨ ਦਿੱਤੀ ਸਪਲਾਇਰ ਆਫ ਸਰਵਿਸਿਜ਼ ਨੂੰ ਕਿ 10% ਤੱਕ ਜੇ ਹੋ ਰਹੀ ਹੈ ਆਫ ਐਗਰੀਗੇਟ ਟਰਨਓਵਰ ਤਾਂ, ਜਾਂ 5 ਲੱਖ ਵਿਚ ਐਵਰ ਇਜ਼ ਹਾਇਰ, ਉਹ ਆਪਾਂ ਨੂੰ ਅਲਾਉ ਕਰਦੇ ਹਾਂ। ਉਹ ਕੰਪੋਜੀਸ਼ਨ ਸਕੀਮ ਦੇ ਵਿੱਚ ਹੀ ਸੀ। ਫਿਰ ਇਹਨਾਂ ਨੇ ਕੰਪੋਜੀਸ਼ਨ ਸਕੀਮ ਸੈਕਸ਼ਨ 10 ਤੋਂ ਬਾਹਰ ਇੱਕ ਲੈ ਕੇ ਉਹ 'ਚ ਕੀ ਕਿਹਾ ਕਿ 1 ਅਪ੍ਰੈਲ ਤੋਂ ਲੈ ਕੇ ਜੇ ਉਹਦੀ ਟਰਨਓਵਰ ਜਿਹੜੀ ਸਪਲਾਈ ਹੈਗੀ ਹੈ ਉਹ 50 ਲੱਖ ਤੱਕ ਹੈਗੀ ਹੈ ਤਾਂ ਉਹ ਇੱਥੇ ਆਪਟ ਕਰ ਸਕਦਾ, ਬਸ਼ਰਤੇ ਕਿ ਉਹ ਪਹਿਲਾਂ ਦੋਨਾਂ 'ਚ ਇਨਐਲੀਜੀਬਲ ਹੈ। ਰੇਟ ਆਫ ਟੈਕਸ ਵੀ ਡਿਫਾਈਨ ਕੀਤਾ, 3% CGST, 3% SGST। ਜਿਹੜਾ ਬਿੱਲ ਆਫ ਸਪਲਾਈ ਦੇ ਉੱਤੇ ਲਿਖਣਾ ਹੈ ਉਹ ਇੱਥੇ ਡਿਫਰੈਂਟ ਲਿਖਣਾ, ਉਹ ਕੀ ਲਿਖਣਾ ਹੈ ਕਿ ਟੈਕਸੇਬਲ ਪਰਸਨ ਪੇਇੰਗ ਟੈਕਸ ਇਨ ਟਰਮਸ ਆਫ ਨੋਟੀਫਿਕੇਸ਼ਨ ਨੰਬਰ 2/2019 ਸਟੈਂਡਰਡ ਟੈਕਸ ਰੇਟ ਡੇਟਡ 7/2019 ਨਾਟ ਐਲੀਜੀਬਲ ਟੂ ਕਲੈਕਟ ਟੈਕਸ ਔਨ ਸਪਲਾਈਜ਼। ਬਾਕੀ ਸਾਰੀ ਕੰਡੀਸ਼ਨਸ ਜਿਹੜੀਆਂ ਕਿ ਸੈਕਸ਼ਨ 10 ਦੀ ਕੰਪੋਜੀਸ਼ਨ 'ਚ ਲਾਗੂ ਹੁੰਦੀਆਂ ਉਹ ਇੱਥੇ ਵੀ ਲਾਗੂ ਹੁੰਦੀਆਂ। ਠੀਕ ਹੈ ਜੀ, ਇਹ ਬਿਲਕੁਲ ਧਿਆਨ ਨਾਲ ਇਹਨੂੰ ਪੜ੍ਹਿਓ ਵੀ ਡਿਟੇਲ 'ਚ। ਨੋਟੀਫਿਕੇਸ਼ਨ ਨੰਬਰ 2/2019 ਡੇਟਡ 7 ਮਾਰਚ 2019। ਕਲੀਅਰ ਹੈ ਜੀ। ਹੁਣ ਆਪਾਂ ਆ ਗਏ ਆਪਣੇ ਲਾਸਟ ਟੌਪਿਕ ਤੇ। ਜੇ ਕੋਈ ਬੰਦਾ ਕੰਪੋਜੀਸ਼ਨ ਸਕੀਮ 'ਚ ਚੱਲ ਰਿਹਾ ਬਟ ਪ੍ਰੋਪਰ ਆਫਿਸਰ ਫੀਲਸ ਕਿ ਇਹ ਇਨਐਲੀਜੀਬਲ ਹੈ ਕੰਪੋਜੀਸ਼ਨ 'ਚ ਜਾਣ ਵਾਸਤੇ, ਤਾਂ ਉਹਦੇ 'ਤੇ ਕੀ ਪ੍ਰੋਸੀਜਰ? ਪ੍ਰੋਪਰ ਆਫਿਸਰ ਉਹਨੂੰ ਸ਼ੋ ਕਾਜ਼ ਨੋਟ ਇਸ਼ੂ ਕਰੂਗਾ ਇਨ ਦ ਫਾਰਮ ਆਫ GST CMP 05। ਠੀਕ ਹੈ ਜੀ, ਉਹ 'ਚੋਂ ਸਾਰਾ ਡਿਟੇਲ ਦੇਗਾ ਕਿ ਕਿਉਂ ਤੁਸੀਂ ਇਨਐਲੀਜੀਬਲ ਹੋ ਫॉर ਕੰਪੋਜੀਸ਼ਨ ਸਕੀਮ। ਉਹਦੇ 15 ਦਿਨਾਂ ਦੇ ਅੰਦਰ ਅੰਦਰ ਉਸ ਕੰਪੋਜੀਸ਼ਨ ਸਕੀਮ ਵਾਲੇ ਡੀਲਰ ਨੇ ਆਪਣਾ ਜਵਾਬ ਦੇਣਾ ਹੈ ਇਨ ਦ ਫਾਰਮ ਆਫ CMP 06। ਠੀਕ ਹੈ ਜੀ। ਫਿਰ ਮਹੀਨੇ ਦੇ ਅੰਦਰ ਅੰਦਰ ਪ੍ਰੋਪਰ ਆਫਿਸਰ ਨੇ ਡਿਸਾਈਡ ਕਰਨਾ ਹੈਗਾ ਇਨ ਦ ਫਾਰਮ ਆਫ CMP 07। ਜੇ CMP 07 'ਚ ਉਹ ਐਕਸੈਪਟ ਕਰਦਾ ਹੈ ਉਸ ਰਿਪਲਾਈ ਨੂੰ, ਫਿਰ ਤਾਂ ਓਕੇ ਹੈ, ਕੇਸ ਕਲੋਜ਼ ਹੋ ਗਿਆ। ਜੇ ਉਹ ਐਕਸੈਪਟ ਨਹੀਂ ਕਰਦਾ ਫਿਰ ਇੱਕ ਤਾਂ ਬੰਦਾ ਟ੍ਰਾਂਸਫਰ ਹੋਏਗਾ ਫਰੋਮ ਕੰਪੋਜੀਸ਼ਨ ਟੂ ਨਾਰਮਲ ਟੈਕਸ ਪੇਅਰ। ਓਕੇ। ਦੂਸਰਾ, ਜਦੋਂ ਉਹ ਟ੍ਰਾਂਸਫਰ ਹੋ ਗਿਆ ਤਾਂ ਉਹਨੇ ਇੱਕ ITC 01 ਭਰਨਾ ਹੈਗਾ ਵਿਦਿਨ 30 days ਆਫ ਦ ਇਸ਼ੂ ਆਫ CMP 07 ਇਨ ਕੇਸ ਦ ਪ੍ਰੋਪਰ ਆਫਿਸਰ ਫਾਈਂਡਸ ਦੈਟ CMP 06 ਇਜ਼ ਨਾਟ ਪ੍ਰੋਪਰ and the taxable person has to be now taken out from composition scheme and to be registered under the normal taxable person. So timeline ਕੀ ਹੈ? CMP 05 show cause notice ਹੈ, 15 ਦਿਨ ਤੋਂ ਬਾਅਦ ਬੰਦੇ ਨੇ ਰਿਪਲਾਈ ਦੇਣਾ CMP 06। ਫਿਰ ਮਹੀਨੇ ਦੇ ਅੰਦਰ ਅੰਦਰ ਪ੍ਰੋਪਰ ਆਫਿਸਰ ਨੇ ਰਿਪਲਾਈ ਦੇਣਾ CMP 07 'ਚ। ਉਸ ਆਰਡਰ 'ਚ ਜੇ ਤਾਂ ਉਹ ਬੰਦਾ ਉਹਦਾ ਮੰਨਿਆ ਜਾਂਦਾ ਫਿਰ ਤਾਂ ਠੀਕ ਹੈ, ਜੇ ਨਹੀਂ ਮੰਨਿਆ ਜਾਂਦਾ ਤਾਂ ਉਹ ਬੰਦਾ ਕੰਪੋਜੀਸ਼ਨ ਸਕੀਮ ਤੋਂ ਨਾਰਮਲ ਟੈਕਸੇਬਲ ਪਰਸਨ 'ਚ ਆਊਗਾ, ITC 01 ਫਾਰਮ ਭਰੂਗਾ ਵਿਦਿਨ 30 days ਆਫ ਸੱਚ CMP 07 ਆਰਡਰ, ਅਤੇ ਬਾਕੀ ਜਿਹੜੀਆਂ ਪ੍ਰਸਕ੍ਰਾਈਬਡ ਟੈਕਸ ਤੇ ਪੈਨਲਟੀਜ਼ ਹੈਗੀਆਂ ਉਹ ਬੰਦਾ ਉਹ ਪੇ ਕਰੂਗਾ। ਸੋ ਇਹ ਹੈਗਾ ਬੇਸਿਕ ਇੱਕ ਕੰਪੋਜੀਸ਼ਨ ਸਕੀਮ ਅੰਡਰ GST ਐਂਡ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਜਾਏਗਾ। ਬਸ 3 ਚੀਜ਼ਾਂ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਜਿਹੜਾ ਹੈਗਾ ਕਿ ਇੱਕ ਤਾਂ ਜਿਹੜੀ ਨੋਟੀਫਿਕੇਸ਼ਨ ਹੈਗੀ 2019 ਵਾਲੀ, ਅਤੇ ਇੱਕ ਜਿਹੜਾ ਪਹਿਲਾ ਸੀਗਾ ਐਗਰੀਗੇਟ ਟਰਨਓਵਰ ਵਾਲਾ ਕੰਸੈਪਟ ਸੀਗਾ 10% ਵਾਲਾ 5 ਲੱਖ ਵਾਲਾ, ਅਤੇ ਇੱਕ ਨਾਰਮਲ ਹੈ। ਇਹਨਾਂ ਤਿੰਨਾਂ ਨੂੰ ਆਪਸ 'ਚ ਡਿਵਾਈਡ ਪ੍ਰੋਪਰਲੀ ਦੇਖਿਓ ਕਿ ਇਹ ਤਿੰਨਾਂ ਚੀਜ਼ਾਂ 'ਚ ਫਰਕ ਕੀ ਹੈਗਾ। ਠੀਕ ਹੈ। ਅਤੇ ਹੁਣ ਇੱਕ ਜਿਹੜੀ ਲਾਸਟ ਪੁਆਇੰਟ ਹੈਗਾ, ਇੱਕ ਬੰਦਾ ਇੱਕ ਸਟੇਟ 'ਚ ਕੰਪੋਜੀਸ਼ਨ ਦੂਸਰੇ ਸਟੇਟ 'ਚ ਨਾਰਮਲ ਟੈਕਸੇਬਲ ਪਰਸਨ ਨਹੀਂ ਹੋ ਸਕਦਾ। ਜੇ ਕੰਪੋਜੀਸ਼ਨ ਸਕੀਮ 'ਚ ਹੈਗਾ ਤਾਂ ਸਾਰੀਆਂ ਸਟੇਟਾਂ 'ਚ ਕੰਪੋਜੀਸ਼ਨ ਸਕੀਮ 'ਚ ਹੀ ਹੋਊਗਾ। ਜੇ ਇੱਕ 'ਚ ਨਾਰਮਲ ਟੈਕਸੇਬਲ ਪਰਸਨ ਹੈਗਾ ਤਾਂ ਸਾਰੇ ਨਾਰਮਲ ਟੈਕਸੇਬਲ ਪਰਸਨ ਹੀ ਹੋਊਗਾ, ਉਹ ਪੈਨ ਨੰਬਰ ਦੇ ਉੱਤੇ। ਹੁਣ ਮੈਂ ਇਹਨੂੰ ਤੁਹਾਨੂੰ ਪੜ੍ਹ ਦਿੰਦਾ ਕੀ ਹੈਗਾ। A person having a single PAN and registered in more than one state under GST can opt for composition scheme, provided he meets all the conditions of the scheme, only if all such registered persons opt for the composition scheme. Second key hai, a registered person cannot choose to opt for the composition scheme in one state and not in other state. Clear? ਇਹ ਹੁਣ ਜੀ ਸਾਡਾ ਹੋ ਗਿਆ ਕੰਪੋਜੀਸ਼ਨ ਸਕੀਮ ਅੰਡਰ GST ਕੰਪਲੀਟ। ਅਤੇ ਨੈਕਸਟ ਟੌਪਿਕ ਹੁਣ ਅਸੀਂ ਕਰਾਂਗੇ ITC ਦਾ। ਆਈ ਥਿੰਕ ਬਾਈ ਟਮੋਰੋ ਈਵਨਿੰਗ ਆਈ ਵਿਲ ਪੋਸਟ ਦੈਟ। ਯੂ ਗਾਈਜ਼ ਪਲੀਜ਼ ਟੇਕ ਕੇਅਰ ਆਫ yourself and please take all the necessary precautions and take care.